ਸਿੱਖ ਚੈਨਲ ਦੇਖ ਰਹੇ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਹਾਲੀ ਦੀ ਸੀਬੀਆਈ ਕੋਰਟ ਦੇ ਵੱਲੋਂ 26 ਸਾਲ ਪਹਿਲਾਂ 1992 ਦੇ ਵਿੱਚ ਇਸੇ ਪਿੰਡ ਜਿਸ ਜਗ੍ਹਾ ਤੇ ਅਸੀਂ ਅੱਜ ਪਹੁੰਚੇ ਹਾਂ ਸੁਲਤਾਨਵਿੰਡ ਤੋਂ ਦੋ ਲੋਕਾਂ ਨੂੰ ਜਿਹੜਾ ਆ ਪੁਲਿਸ ਨੇ ਇੱਥੋਂ ਉਠਾ ਲਿਆ ਘਰ ਤੋਂ ਤੇ ਉਹਨਾਂ ਦੇ ਵਿੱਚੋਂ ਇੱਕ ਹਰਜੀਤ ਸਿੰਘ ਉਰਫ ਗੋਰਾ ਦਾ ਪੁਲਿਸ ਮੁਕਾਬਲਾ ਬਣਾ ਕੇ ਫਰਜ਼ੀ ਪੁਲਿਸ ਮੁਕਾਬਲਾ ਬਣਾ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਦੇ ਪਿਤਾ ਬਲਬੀਰ ਸਿੰਘ ਨੂੰ ਵੀ ਉਸ ਦੇ ਨਾਲ ਹੀ ਘਰ ਤੋਂ ਪੁਲਿਸ ਨੇ ਚੁੱਕ ਲਿਆ ਸੀਗਾ, ਪਰ ਉਹਨਾਂ ਨੂੰ ਤਾਂ ਛੱਡ ਦਿੱਤਾ ਗਿਆ, ਪਰ ਉਹਨਾਂ ਦੇ ਪੁੱਤਰ ਨੂੰ ਜਿਹੜਾ ਆ ਉਹ ਸ਼ਹੀਦ ਕਰ ਦਿੱਤਾ ਗਿਆ। ਸੋ ਅੱਜ ਅਸੀਂ ਪਿੰਡ ਸੁਲਤਾਨਵਿੰਡ ਵਿਖੇ ਪਹੁੰਚੇ ਹਾਂ, ਜਿੱਥੇ ਅਸੀਂ ਉਹਨਾਂ ਦੇ ਘਰ ਦੇ ਬਿਲਕੁਲ ਬਾਹਰ ਖੜੇ ਹਾਂ ਤੇ ਪਰਿਵਾਰਕ ਮੈਂਬਰਾਂ ਨਾਲ ਸਮੁੱਚੀ ਗੱਲਬਾਤ ਜਿਹੜੀ ਕਰਾਂਗੇ, ਕਿਉਂਕਿ ਇਹ ਮਾਮਲਾ ਜਿਹੜਾ ਆ ਲੰਮਾ ਸਮਾਂ ਮੋਹਾਲੀ ਦੀ ਸੀਬੀਆਈ ਕੋਰਟ ਦੇ ਵਿੱਚ ਚੱਲਿਆ ਤੇ 26 ਸਾਲ ਦੇ ਬਾਅਦ ਦੋ ਪੁਲਿਸ ਅਫਸਰ ਗਿਆਨ ਸਿੰਘ ਤੇ ਨਰਿੰਦਰ ਸਿੰਘ ਮੱਲੀ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ ਅਦਾਲਤ ਨੇ ਜੁਰਮਾਨਾ ਵੀ ਲਗਾਇਆ ਆ। ਸੋ ਤੁਸੀਂ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਪੂਰੀ ਖਬਰ ਜਿਹੜੀ ਆ ਉਹ ਪੜ੍ਹੀ ਹੋਵੇਗੀ। ਸੋ ਪਰਿਵਾਰ ਦੇ ਨਾਲ ਮਿਲ ਕੇ ਉਹਨਾਂ ਦੀ ਜ਼ੁਬਾਨੀ ਵੀ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇਹ ਕੇਸ ਜਿਹੜਾ ਆ ਉਹ ਲੜਿਆ ਤੇ ਕਿਵੇਂ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆਈਆਂ ਤੇ ਕਿਵੇਂ ਉਹ ਇੱਥੋਂ ਤੱਕ ਪਹੁੰਚੇ ਤੇ ਹੁਣ ਪਰਿਵਾਰ ਦੀ ਕੀ ਹਾਲਤ ਆ, ਗੁਜ਼ਾਰਾ ਕਿਵੇਂ ਚੱਲਦਾ ਤੇ ਕੀ ਹੋ ਰਿਹਾ। ਸੋ ਆਓ ਚੱਲਦੇ ਹਾਂ ਇਹਨਾਂ ਦੇ ਘਰ ਦੇ ਅੰਦਰ ਤੇ ਪਰਿਵਾਰਕ ਮੈਂਬਰਾਂ ਤੋਂ ਜਾਣਦੇ ਹਾਂ ਹਰਜੀਤ ਸਿੰਘ ਉਰਫ ਗੋਰਾ ਨੂੰ ਜੋ ਉਸ ਦੀ ਸ਼ਹਾਦਤ ਹੋਈ ਤੇ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਨੇ ਕਿਵੇਂ ਕੇਸ ਲੜਿਆ। ਸਿੱਖ ਚੈਨਲ ਦੀ ਟੀਮ ਇਸ ਵੇਲੇ ਮੌਜੂਦ ਆ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿਖੇ, ਜਿੱਥੋਂ ਦੇ ਬਹੁਤ ਸਾਰੇ ਪਰਿਵਾਰਾਂ ਦੇ ਨੌਜਵਾਨਾਂ ਦੇ ਨਜਾਇਜ਼ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਪਰ ਅਸੀਂ ਅੱਜ ਜਿਸ ਘਰ ਦੇ ਵਿੱਚ ਪਹੁੰਚੇ ਹਾਂ, ਇਹ ਘਰ ਹੈ ਹਰਜੀਤ ਸਿੰਘ ਉਰਫ ਗੋਰਾ ਦਾ, ਜਿਸ ਦੀ ਉਮਰ ਉਸ ਵੇਲੇ 22 ਸਾਲ ਸੀਗੀ ਜਦੋਂ ਉਸ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਗਿਆ ਅਤੇ ਨਾਲ ਹੀ ਉਸ ਦੇ ਭਰਾ ਕੁਲਦੀਪ ਸਿੰਘ ਨੂੰ ਵੀ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਸੋ ਮੇਰੇ ਨਾਲ ਖੱਬੇ ਪਾਸੇ ਨੇ ਸਰਦਾਰ ਹਰਜੀਤ ਸਿੰਘ ਹੋਰਾਂ ਦੇ ਪਿਤਾ ਜੀ ਸਰਦਾਰ ਬਲਬੀਰ ਸਿੰਘ ਤੇ ਸੱਜੇ ਪਾਸੇ ਨੇ ਸਰਦਾਰ ਹਰਜੀਤ ਸਿੰਘ ਹੋਰਾਂ ਦੇ ਭਰਾਤਾ ਸਰਦਾਰ ਸੁਰਜੀਤ ਸਿੰਘ ਜੀ। ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਤੋਂ ਜਾਣਾਂਗੇ ਕਿ 26 ਸਾਲ ਇਹ ਕੇਸ ਜਿਹੜਾ ਹੈ ਚੱਲਿਆ ਆ ਤੇ ਹੁਣ ਮੋਹਾਲੀ ਦੀ ਸੀਬੀਆਈ ਕੋਰਟ ਨੇ ਇਸ ਦਾ ਫੈਸਲਾ ਜਿਹੜਾ ਹੈ ਉਹ ਸੁਣਾਉਂਦਿਆਂ ਹੋਇਆਂ ਦੋ ਪੁਲਿਸ ਅਫਸਰ ਨਰਿੰਦਰ ਸਿੰਘ ਮੱਲੀ ਤੇ ਗਿਆਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 60,000 ਰੁਪਏ ਦਾ ਜੁਰਮਾਨਾ ਜਿਹੜਾ ਆ ਉਹ ਵੀ ਲਗਾਇਆ ਹੈ। ਸੋ ਪਰਿਵਾਰਕ ਮੈਂਬਰਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੰਮਾ 26 ਸਾਲ ਦਾ ਸਮਾਂ ਜਿਹੜਾ ਆ ਉਹ ਕਿਸ ਤਰ੍ਹਾਂ ਲੰਘਿਆ ਤੇ ਕਿਵੇਂ ਇਹਨਾਂ ਨੇ ਕੇਸ ਜਿਹੜਾ ਆ ਉਹ ਲੜਿਆ। ਸੋ ਸਭ ਤੋਂ ਪਹਿਲਾਂ ਸਰਦਾਰ ਬਲਵੀਰ ਸਿੰਘ ਹੋਣਾ ਨਾਲ ਗੱਲਬਾਤ ਕਰਾਂਗੇ। ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਜੀ, ਕੀ ਕਹਿਣਾ ਚਾਹੋਗੇ? ਤੁਹਾਨੂੰ ਵੀ ਨਾਲ ਜਿਹੜਾ ਆ ਉਦੋਂ ਪੁਲਿਸ ਨੇ ਚੁੱਕ ਲਿਆ ਸੀ ਘਰ ਤੋਂ, ਨਾਲ ਤੁਹਾਡੇ ਬੇਟੇ ਨੂੰ ਹਰਜੀਤ ਸਿੰਘ ਨੂੰ, ਤੇ ਤੁਹਾਨੂੰ ਛੱਡ ਦਿੱਤਾ ਗਿਆ ਤੇ ਕਿੱਥੇ ਰੱਖਿਆ ਗਿਆ ਤੇ ਕਿਵੇਂ ਸਾਰਾ ਕੁਝ ਹੋਇਆ ਏ? ਮੈਂ ਵੀਰ ਦਬੂਰਜੀ ਥਾਣੇ ਰਹਿੰਦਾ ਰਿਹਾ ਨਾ ਜੀ। ਫਿਰ ਉੱਥੋਂ ਬਾਅਦ ਮੈਨੂੰ ਇਹਨਾਂ ਲੈ ਕੇ ਵਿਜੇ ਨਗਰ ਵੀ ਜੀ। ਵਿਜੇ ਨਗਰ ਵਿੱਚ ਫਿਰ ਮੁੜ ਕੇ ਫਿਰ ਮੈਨੂੰ ਇੱਥੇ ਫਿਰ ਦਬੂਰਜੀ ਲੈਣ ਦਾ ਜੀ। ਸਾਰੀ ਪੱਤੀ ਇਕੱਠੀ ਹੋ ਗਿਆ ਤੇ ਤੇਰੇ ਮੁੰਡੇ ਤੇ ਮਾਰ ਦਿੱਤੇ ਆ। ਇਹਨੂੰ ਛੱਡਦਾ ਕਿਉਂ ਨਹੀਂ ਗਾ ਤੂੰ? ਜੀ। ਇਹ ਛੱਡਦਾ ਇਸ ਕਰਕੇ ਨਹੀਂ ਗਾ ਵੀ ਮੇਰੇ ਤੇ ਮੁਕੱਦਮਾ ਨਾ ਕਰ ਦੇ। ਜੀ। ਫਿਰ ਜਦੋਂ ਮੈਂ ਫਿਰ ਵੀ ਇਹਨੇ ਮੈਨੂੰ 8 ਦਿਨਾਂ 10 ਦਿਨਾਂ ਪਿੱਛੋਂ ਫਿਰ ਲੈ ਜਾਂਦਾ ਆਪਣੇ ਉੱਥੇ ਥਾਣੇ। ਜੀ। ਪੁਲਿਸ ਆਉਂਦੀ ਮੇਰੇ ਕੋਲ। ਜੀ। ਮੈਨੂੰ ਇਹਨੇ ਇਹ ਚਾਹੁੰਦਾ ਸੀ ਵੀ ਮੇਰੇ ਤੇ ਦਾਵਾ ਨਾ ਕਰੇ ਤੇ ਮੈਂ ਇਹ ਮੈਨੂੰ ਸਮਝਦਾ ਚਿੜੀ ਆਪ ਗਟਾਰ ਵੱਡੀ ਬਣਦਾ ਸੀ ਵੀ ਮੈਂ ਐਡਾ ਵੱਡਾ ਬੰਦਾ ਤੇ ਮੇਰੇ ਮੁਕਾਬਲਾ ਇਹ ਕਰ ਲੂਗਾ। ਜੀ। ਇਹ ਮੇਰੀ ਕਹਾਣੀ ਆ। ਜੀ। ਜੀ। ਅੱਗੋਂ ਹੋਰ ਜਿਹੜੀ ਤੁਹਾਨੂੰ ਕਿਉਂ ਛੱਡ ਦਿੱਤਾ ਫਿਰ ਉਹਨਾਂ ਨੇ ਤੇ ਬੇਟੇ ਨੂੰ? ਸਾਰੀ ਗਈ ਤੇ ਫਿਰ ਛੱਡਿਆ। ਜੀ। ਸਾਰੀ ਪੰਚਾਇਤ ਗਈ ਆ ਫਿਰ ਛੱਡਿਆ ਮੈਨੂੰ ਨਾ। ਜੀ। ਪੰਚਾਇਤ ਸਾਰਿਆਂ ਨੂੰ ਮੈਂ ਗਾਲਾਂ ਕੱਢਦਾ ਸੀ। ਜੀ। ਕੁੜੀ ਦੀ ਗੱਲ ਬਗੈਰ ਕਿਸੇ ਨੂੰ ਕੁੰਦਾ ਨਹੀਂ ਹੈ। ਜੀ। ਜੀ। ਕੁੜੀ ਹੋਵੇ ਜੇ ਕਿਸੇ ਨੇ ਮੈਨੂੰ ਚਾਹ ਖਲਾਈ ਨਾ ਜੀ। ਅੰਦਰ ਜੀ। ਫਿਰ ਹੀ ਗਾਲਾਂ ਕੱਢਣੀਆਂ ਉਹਨਾਂ ਨੂੰ ਹੀ। ਜੀ।
ਇਹ ਮੱਲੀ ਦੇ ਕੰਮ ਆ। ਤੇ ਤੁਹਾਡੇ ਬੇਟੇ ਨੂੰ ਜਦੋਂ ਤੁਹਾਡੇ ਨਾਲ ਹੀ ਚੁੱਕਿਆ ਗਿਆ ਤੇ ਉਹਨੂੰ ਵੱਖਰਾ ਰੱਖਿਆ ਗਿਆ, ਤੁਹਾਨੂੰ ਵੱਖਰਾ ਰੱਖਿਆ ਗਿਆ? 1 ਘੰਟੇ 2-3 ਘੰਟੇ ਰਹੇ ਇਕੱਠੇ ਅਸੀਂ। ਜੀ ਮੁੜ ਕੇ ਮੈਨੂੰ ਨਹੀਂ ਪਤਾ ਉਹਨੂੰ ਕਿੱਧਰ ਲੈ ਗਏ ਕਿੱਧਰ ਨਹੀਂ ਲੈ ਗਏ ਜੀ ਰਜੀਤ ਨੂੰ। ਜੀ ਤੇ ਮੈਂ ਉੱਥੇ ਰਿਹਾ, ਫਿਰ ਉੱਥੇ ਰਿਹਾ ਵਿਜੇ ਨਗਰ ਮੈਂ ਰਿਹਾ ਹਾਂ। ਜੀ ਉਹਦਾ ਮੈਨੂੰ ਮੁੜ ਕੇ ਪਤਾ ਦੱਸਿਆ ਨਹੀਂ ਕਿੱਥੇ ਕਿੱਥੇ ਨਹੀਂ ਹੈਗਾ। ਜੀ ਹਾਂ ਜਦੋਂ ਤੁਹਾਨੂੰ ਛੱਡ ਦਿੱਤਾ ਗਿਆ ਫਿਰ ਤੁਸੀਂ ਕਿਸ ਤਰ੍ਹਾਂ ਪੈਰਵਾਈ ਕੀਤੀ ਮਗਰ ਕਿ ਹਾਂ ਕਿੱਥੇ ਆ? ਕੀਤੀ ਤੇ ਤਾਂ ਹੀ ਗੱਲ ਬਣੀ ਹੈ। ਜੀ ਜੀ ਪੈਰਵਾਈ ਕੀਤੀ ਆ ਮੈਂ। ਉਹ ਜਿਹੜਾ ਫੇਰੂਮਾਨ ਸੀ ਜੀ ਵਕੀਲ, ਜੀ ਜੀ ਉਹਨੂੰ ਕੀਤਾ, ਉਹਨੂੰ ਬੜੇ ਪੈਸੇ ਦਿੱਤੇ। ਜੀ ਉਹਨੂੰ ਪੈਸੇ ਦੇ ਕੇ ਮੇਰੇ ਕਾਗਜ਼ ਲਿਆ ਉੱਥੋਂ ਜੀ ਵੀ ਉੱਥੇ ਵਕੀਲ ਪੁੱਛਦਾ ਮੈਨੂੰ ਜੀ ਵੀ ਬਾਪੂ ਉਹਦੇ ਗੱਲਾਂ ਤੇ ਤੇਰੀਆਂ ਹੋਰ ਇੱਥੇ ਦੇਖੇ ਤੇਰੀਆਂ ਗੱਲਾਂ ਮੈਂ ਕਿਹਾ ਜਿਹੜੀ ਇਹਨੂੰ ਗੱਲ ਪਸੰਦ ਲੱਗੀ ਆ ਜੀ ਉਹ ਇਹਨੇ ਚੋਂ ਕੱਢ ਲਈ ਆ, ਜਿਹੜੀ ਨਹੀਂ ਲੱਗੀ ਉਹ ਨਾ ਸਹੀ। ਜੀ ਇਹ ਫੇਰੂਮਾਨ ਦੇ ਕੋਲ ਮੈਂ ਗਿਆ ਚੰਡੀਗੜ੍ਹ। ਜੀ 1-2 ਮੇਰੇ ਉੱਤੇ ਪਰਚੀਆਂ ਜਿਹੀਆਂ ਕਾਗਜ਼ ਜਿਹੇ ਪਏ ਸੀ ਜੀ ਤੇ ਜਦੋਂ ਤੇ 8-50 ਪਰਚੀਆਂ ਉੱਤੇ ਪੈ ਗਈਆਂ, ਐਡਾ ਵੱਡਾ ਲਿਫਾਫਾ ਜਿਹਾ ਬਣ ਗਿਆ। ਜੀ ਮੈਂ ਕਿਹਾ ਫੇਰੂਮਾਨ ਸਾਹਿਬ ਜੀ ਮੇਰੇ ਤੇ ਭਾਰ ਪੈਦਾ, ਮੈਂ ਤੇ ਥੱਲੇ ਨਿਕਲ ਨਹੀਂ ਸਕਦਾ ਹੁਣ। ਜੀ ਉਹਨੇ ਪੈਸੇ ਖਾਦੇ ਵਕੀਲ ਉਹਨੇ। ਜੀ ਫਿਰ ਮੈਂ ਕਾਰਵਾਈ ਕੀਤੀ ਇਹਨਾਂ ਨੇ CPI ਦੀ। ਜੀ ਉੱਥੇ ਮੇਰਾ 60-70 ਹਜ਼ਾਰ ਰੁਪਇਆ ਮੇਰਾ ਫਿਰਨ ਤੁਰਨ ਤੇ ਲੱਗ ਗਿਆ। ਜੀ ਫਿਰ ਇਹ ਲੱਗੇ ਪੈਸਾ ਛੱਡੋ ਗੱਲ ਨੂੰ। ਜੀ ਜੀ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਤੁਹਾਡੇ ਬੇਟੇ ਨੂੰ ਜਦੋਂ ਸ਼ਹੀਦ ਕੀਤਾ ਗਿਆ ਆ? ਉਸ ਤੋਂ ਪਹਿਲਾਂ ਕਦੀ ਬਾਅਦ ਦੇ ਵਿੱਚ ਮੁਲਾਕਾਤ ਹੋਈ ਜਿਉਂ ਤੁਹਾਡੇ ਨਾਲੋਂ? ਮੁਲਾਕਾਤ ਹੋਣ ਤਾਂ ਨਹੀਂ ਪਿਆਰਿਆ, ਜੀ। ਮੇਰੀ ਮੁਲਾਕਾਤ ਕੋਈ ਨਹੀਂ ਹੋਈ। ਜੀ ਮੈਨੂੰ ਤੇ ਜਦੋਂ ਮੈਂ ਆਪਣੇ ਇੱਥੇ ਆਣ ਕੇ ਸਾਰੇ ਪਤੀ ਮੈਨੂੰ ਆਖਣ ਆਈ ਜੀ ਮਾੜੀ ਗੱਲ ਹੋਈ ਆ। ਮੈਂ ਫਿਰ ਅਖੰਡ ਪਾਠ ਧਰਾਏ, ਅਖੰਡ ਪਾਠ ਵੀ ਨਹੀਂ ਸਾਡਾ ਹੋਣ ਦਿੱਤਾ ਪੂਰਾ ਜੀ ਮੱਲੀ ਨੇ। ਜੀ ਹਾਂ ਫਿਰ ਅਖੰਡ ਪਾਠ ਦੇ ਬੰਦਾ ਕੋਈ ਜਾਵੇ ਨਾ ਮੈਂ ਮਾਰ ਦੂੰਗਾ ਉਹਨੂੰ। ਜੀ ਡਰ ਦਾ ਕੋਈ ਬੰਦਾ ਨਹੀਂ ਵੜਿਆ ਇੱਥੇ। ਜੀ 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 ਹਾਂਜੀ ਹਾਂਜੀ। ਤੇ ਤੁਹਾਡੇ ਦੂਸਰੇ ਬੇਟੇ ਨੂੰ ਕੁਲਦੀਪ ਸਿੰਘ ਨੂੰ ਵੀ ਘਰੋਂ ਚੁੱਕਿਆ ਗਿਆ ਤੁਹਾਡੇ ਨਾਲ ਕਿ ਬਾਅਦ ਚ ਚੁੱਕਿਆ ਗਿਆ ਜਾਂ ਪਹਿਲੋਂ? ਨਹੀਂ ਉਹ ਪਰਾਂ ਦੂਰੋਂ ਜਾ ਕੇ ਫੜ ਕੇ ਲਿਆਂਦਾ, ਉਹਦੇ ਕਿਤੇ ਜਾ ਕੇ ਪਤਾ ਨਹੀਂ ਕਿੱਥੇ ਕਾਰਖਾਨੇ ਲੱਗਾ ਕਿੱਥੇ ਲੱਗ ਗਿਆ ਜਾ ਕੇ, ਜੀ। ਜਿਹੜਾ ਭਗੌੜਾ ਹੋ ਗਿਆ ਉਹ। ਜੀ ਉਹਦਾ ਤੇ ਮੈਨੂੰ ਮੁੜ ਕੇ ਪਤਾ ਨਹੀਂ, ਮੈਨੂੰ ਤੇ ਦੱਸਿਆ ਜਦੋਂ ਉਹਨਾਂ ਦੋਵੇਂ ਮਾਰ ਦਿੱਤੇ ਨਾ, ਜਦੋਂ ਉਹਨੂੰ ਮੈਨੂੰ ਦੱਸਿਆ ਵਾ। ਜੀ ਮੁੜ ਕੇ ਛੱਡਿਆ ਮੈਨੂੰ ਇਹਨੇ ਤੇ ਪਤੀ ਗਈ ਆ ਤੇ ਫਿਰ ਮੈਂ ਆਦੇ ਅਖੰਡ ਪਾਠ ਧਰਾਇਆ ਇਹਨਾਂ ਦਾ। ਜੀ ਸਾਰੇ ਪਤੀ ਦੇ ਬੰਦੇ ਤੇ ਆਏ ਆ, ਬਾਕੀ ਇਹਨੇ ਵੜਨੇ ਕੋਈ ਨਹੀਂ ਦਿੱਤਾ। ਜੀ ਹਾਂਜੀ। ਤੇ ਫਿਰ ਪਰਿਵਾਰ ਜਿਹੜਾ ਆ ਉਹ ਕਿਸ ਤਰ੍ਹਾਂ ਗੁਜ਼ਾਰਾ ਤੁਸੀਂ ਕਰਦੇ ਰਹੇ? ਨਾਲ ਵਕੀਲਾਂ ਦੀਆਂ ਫੀਸਾਂ ਵੀ ਦਿੱਤੀਆਂ ਤੇ ਕਿਸ ਤਰ੍ਹਾਂ ਦੇ ਨਾਲ ਸਾਰਾ ਝੱਟ ਜਿਹੜਾ ਲੰਘਦਾ ਰਿਹਾ? ਵੀਰ ਮੇਰੇ ਕੋਲ 3-4 ਦੁਕਾਨਾਂ ਮਾੜੀਆਂ ਮੋਟੀਆਂ ਪਾਈਆਂ ਇੱਥੇ ਮੈਂ, ਜੀ ਉਹ ਵੀ ਵੇਚ ਗਈਆਂ। ਕਿੱਲਾ ਪੈਲੀ ਸੀ ਮੇਰੇ ਕੋਲ, ਬਾਬੇ ਬੁੱਢੇ ਲਾਗੇ ਪਿੰਡ, ਉਹਦੇ ਪਰਾਂ ਪਿੰਡ ਸੀ ਉਹ ਕੋਟ ਬੁੱਢਾ ਸੁਣਿਆ ਹੋ ਕਿਤੇ, ਜੀ ਜੀ ਤੂੰ ਤੇ ਭੰਗਾਲੇ ਲਾਗੇ, ਉੱਥੇ ਮੇਰੇ ਕੋਲ ਕਿੱਲਾ ਪੈਲੀ ਵੱਜਦੀ ਸੀ, ਉਹ ਵੀ ਮੈਂ ਵੇਚ ਦਿੱਤੀ ਆ। ਜੀ ਇਹ ਦੁਕਾਨਾਂ ਵੀ ਗਈਆਂ। ਜੀ 2.5 ਲੱਖ ਰੁਪਈਆ ਮੈਨੂੰ ਉਹ ਕੁਲਦੀਪ ਦਾ ਮਿਲਿਆ ਨਾ, ਜੀ ਉਹ ਵੀ ਲੱਗ ਗਿਆ ਵਿੱਚ ਹੀ। ਜੀ ਮੇਰੇ ਪੈਸੇ ਬਥੇਰੇ ਖਰਚ, ਮੈਂ ਨਹੀਂ ਦੱਸ ਸਕਦਾ ਤੁਹਾਨੂੰ, ਜੀ ਪਰ ਮੈਂ ਆਪਣੀ ਜਿੱਦ ਪੂਰੀ ਕਰ ਰਹੀ ਆ। ਜੀ 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 ਹਾਂਜੀ ਹਾਂਜੀ ਜੀ ਹਾਂ। ਹੁਣ ਜਦੋਂ ਉਹਨਾਂ ਨੂੰ ਸਜ਼ਾ ਹੋਈ ਆ, ਜਿੱਦਣ ਸਜ਼ਾ ਹੋਈ ਆ, ਫਿਰ ਹੁਣ ਕੀ ਮਹਿਸੂਸ ਕਰਦੇ ਜੇ ਕਿ ਵਾਕਿਆ ਇਨਸਾਫ ਹੋਇਆ? ਮਹਿਸੂਸ ਮੈਂ ਧੰਨਵਾਦ ਕਰਦਾ ਉਹਦਾ, ਜੀ ਆਪਣੇ ਆਪਣੇ ਅਫਸਰ ਦਾ, ਜੀ ਜਿਹਨੇ ਮੇਰਾ ਵੀ ਇਨਸਾਫ ਮੇਰੇ ਜੀਂਦੇ ਨੇ ਕਰਤਾ। ਜੀ ਹਾਂ, ਜੀ ਜੱਜ ਸਾਹਿਬ ਦਾ ਮੈਂ ਧੰਨਵਾਦ ਕਰੂੰਗਾ ਜੀ ਜੀ ਜਿਹਨੇ ਮੇਰਾ ਇਨਸਾਫ ਕੀਤਾ। ਜੀ ਹਾਂ। ਜੀ ਤੇ ਉਸ ਤੋਂ ਇਲਾਵਾ ਕਿਸੇ ਜਥੇਬੰਦੀ ਨੇ ਜਾਂ ਕਿਸੇ ਨੇ ਕਦੀ ਪਰਿਵਾਰ ਦੀ ਮਦਦ ਕੀਤੀ ਹੋਵੇ, ਜਾਂ ਕਦੀ ਫੀਸ ਜਿਹੜੀ ਵਕੀਲਾਂ ਦੀ ਜਾਂਦੀ, ਜਾਂ ਉੱਦਾਂ ਕੋਈ ਘਰ ਦਾ ਝੱਟ ਲੰਘਾਉਣ ਵਾਸਤੇ ਕਿਸੇ ਨੇ ਕਦੀ ਮਦਦ ਕੀਤੀ ਤੁਹਾਡੀ? ਮਤਲਬ ਮੈਂ ਯਾਰਾਂ ਦੋਸਤਾਂ ਕੋਲ 2-4 ਹਜ਼ਾਰ ਫੜ ਲੈਣਾ, ਮੈਨੂੰ ਦੇ ਦਿੰਦੇ। ਮੇਰੇ ਚੱਲੀ ਜ਼ਬਾਨ ਰੱਖੀ ਮੈਂ ਪੱਕੀ ਆਪਣੀ, ਜੀ ਉਹ ਦੇ ਦਿੰਦੇ। ਜਿਹਨੂੰ ਮੈਂ ਆਖਾਂ 2000 ਚਾਹੀਦਾ, 4000 ਚਾਹੀਦਾ, ਮੈਨੂੰ ਦੇ ਦਿੰਦੇ ਸੀ, ਮੈਂ ਉਹ ਭੁਗਤਾਉਣਾ। ਜੀ ਹਾਂ ਜੀ ਹਾਂ। ਸੋ ਬਿਲਕੁਲ ਇਹ ਸਨ ਸਰਦਾਰ ਬਲਵੀਰ ਸਿੰਘ, ਜਿਨ੍ਹਾਂ ਨੂੰ ਹਰਜੀਤ ਸਿੰਘ ਉਰਫ ਗੋਰਾ ਦੇ ਨਾਲ ਹੀ ਘਰ ਤੋਂ ਚੁੱਕਿਆ ਗਿਆ ਤੇ ਇਹਨਾਂ ਨੂੰ ਤੇ ਛੱਡ ਦਿੱਤਾ ਗਿਆ। ਪਰ 2 ਪੁਲਿਸ ਅਫਸਰ ਜਿਨ੍ਹਾਂ ਨੂੰ ਹੁਣ ਸਜ਼ਾ ਹੋਈ ਆ, ਉਹਨਾਂ ਦੀ ਇਸ ਕੇਸ ਦੇ ਵਿੱਚ ਪੂਰੀ ਸ਼ਮੂਲੀਅਤ ਸੀਗੀ। ਤੇ ਜਿਸ ਤਰ੍ਹਾਂ ਦੇ ਨਾਲ ਬਾਅਦ ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਹਰਜੀਤ ਸਿੰਘ ਉਰਫ ਗੋਰਾ ਨੂੰ ਸ਼ਹੀਦ ਕੀਤਾ ਗਿਆ। ਸੋ ਇਹਨਾਂ ਨੇ ਪੂਰੀ ਗੱਲਬਾਤ ਜਿਹੜੀ ਆ ਉਹ ਦੱਸੀ ਆ। ਸੋ ਮੇਰੇ ਨਾਲ ਸਰਦਾਰ ਸੁਰਜੀਤ ਸਿੰਘ ਨੇ, ਹਰਜੀਤ ਸਿੰਘ ਦੇ ਭਰਾਤਾ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਤੁਹਾਡੇ ਭਰਾ ਨੂੰ ਤੇ ਪਿਤਾ ਜੀ ਨੂੰ ਘਰ ਤੋਂ ਚੁੱਕਿਆ ਗਿਆ, ਤੇ ਫਿਰ ਕਿਵੇਂ ਤੁਸੀਂ ਪਤਾ ਲਗਾਇਆ ਕਿ ਕਿੱਥੇ ਲੈ ਕੇ ਗਏ, ਤੇ ਕਿੰਨੇ ਦਿਨਾਂ ਦੇ ਬਾਅਦ ਫਿਰ ਤੁਹਾਡੇ ਪਿਤਾ ਜੀ ਨੂੰ ਵੀ ਜਿਹੜਾ ਛੱਡਿਆ ਗਿਆ? ਮਹੀਨੇ ਬਾਅਦ ਛੱਡਿਆ ਇਹਨਾਂ ਨੂੰ ਜੀ ਹਾਂਜੀ। ਦੋਵਾਂ ਦਾ ਉਦੋਂ ਪਤਾ ਲੱਗਾ ਜਦੋਂ ਸ਼ਹੀਦ ਹੀ ਕਰ ਦਿੱਤੇ ਉਹਨਾਂ ਨੂੰ। ਜੀ
ਪੰਚਾਇਤ ਪੂਰੇ ਪਿੰਡ ਦਾ ਸਾਥ ਦਿੱਤਾ, ਪੰਚਾਇਤ ਜਾਂਦੀ ਰਹੀ ਆ, ਪਰ ਗਾੜੀਆਂ ਬਹੁਤ ਬਦਤਮੀਜ਼ ਕੁੰਦਾ ਸੀ ਉਹ ਬੰਦਾ, ਕਿਸੇ ਦੀ ਨਹੀਂ ਉਹਨੇ ਗੱਲ ਨਹੀਂ ਸੁਣੀ। ਹਾਂ, ਉੱਡ ਉੱਡ ਪੈਂਦਾ ਸੀ ਪੰਚਾਇਤਾਂ ਨੂੰ ਵੀ, ਜਿਹੜਾ ਵੀ ਬੰਦਾ ਕੋਈ ਸ਼ਖਸ ਸਾਡੇ ਮਗਰ ਜਾਂਦਾ ਸੀ ਨਾ, ਬਹੁਤ ਮੰਦਾ ਸ਼ਰਾਬ ਦੀ ਬੋਲਦਾ ਸੀ। ਦਰਿੰਦੇ ਬੰਦਾ ਸੀ, ਕੋਈ ਬੰਦਾ ਨਹੀਂ ਸੀ ਹੈਗਾ। ਉਹਨਾਂ ਨੇ ਵੇਖੋ ਪੰਚਾਇਤ ਦੇ ਦਰਿੰਦੇ ਬੰਦੇ ਨੇ ਬਜ਼ੁਰਗ ਬਾਬੇ ਨੂੰ ਥੜੇ ਤੋਂ ਉਠਾ ਕੇ ਉਹਨਾਂ ਦੇ ਨਾਲਿਆਂ ਵਿੱਚ ਮੂੰਹ ਧਵਾਏ ਆ। ਇਹੋ ਜਿਹਾ ਬੰਦਾ ਸ਼ਖਸ ਹੋਇਆ। ਹਾਂਜੀ, ਤੇ ਜ਼ੁਲਮ ਦੀ ਹੱਦ ਤੋਂ ਪਰਾਂ ਉਹਨੇ ਕੰਮ ਕੀਤੇ ਆ। ਤੇ ਅਸੀਂ ਤੇ ਸੀਬੀਆਈ ਅਦਾਲਤ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ 27 ਸਾਲ ਬਾਅਦ ਇਹ ਫੈਸਲਾ ਸੁਣਾ ਕੇ, ਅਸੀਂ ਸ਼ੁਕਰ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਦਾ, ਜੱਜ ਸਾਹਿਬ ਦਾ ਵੀ, ਕਿ ਸਾਨੂੰ ਇਨਸਾਫ ਤੇ ਮਿਲਿਆ। ਇਹਨਾਂ ਨੂੰ ਪਿਤਾ ਜੀ ਹੋਣਾ ਨੂੰ ਉੱਥੇ ਟੌਰਚਰ ਵੀ ਕੀਤਾ ਗਿਆ, ਮਾਰਿਆ ਕੁੱਟਿਆ ਗਿਆ? ਟੌਰਚਰ ਕੀਤਾ ਹੋਊਗਾ ਉਹ ਤਾਂ, ਬਾਕੀ ਗਾਲਾਂ ਗੋਲਾਂ ਕੱਢਦਾ ਰਿਹਾ ਜਾ ਰਿਹਾ, ਬਦਤਮੀਜ਼ ਬਹੁਤ ਬੰਦਾ ਵੀ ਕਿ ਹਾਂਜੀ, ਮਾੜੇ ਚੰਗੀ ਸ਼ਤਾਬਦੀ ਬੋਲਦੇ ਰਹੇ ਆ। ਬਹੁਤ ਪਰੇਸ਼ਾਨ ਬਹੁਤ ਕੀਤਾ, ਸਾਰੇ ਘਰ ਚੋਂ ਭੱਜ ਜਾਣਾ। ਫਿਰ ਉਹਨੇ ਕੋਈ ਸਾਡਾ ਵੇਖੋ ਹਾਲਾਤ ਸੀ ਕੋਈ ਜ਼ਿੰਦਗੀ 'ਚ, ਸਾਰੇ ਭਰਾਵਾਂ ਨੂੰ ਉਹਨੇ ਧੂ ਕੇ ਖੜਨ ਵਾਲੀ ਗੱਲ ਕੀਤੀ ਆ। ਹਾਂਜੀ, ਬੜੇ ਔਖੇ ਦਿਨ ਕੱਟੇ ਅਸੀਂ ਵੀ। ਹਾਂਜੀ, ਤੇ ਕੁਲਦੀਪ ਸਿੰਘ ਹੋਰਾਂ ਨੂੰ ਵੀ ਚੁੱਕਿਆ ਗਿਆ, ਉਹਨਾਂ ਦਾ ਕਿਵੇਂ ਪਤਾ ਲੱਗਾ ਤੁਹਾਨੂੰ ਫਿਰ ਬਾਅਦ 'ਚ? ਸਾਨੂੰ ਤੇ ਪੰਚਾਇਤ ਨੇ ਦੱਸਿਆ ਵੀ ਤੁਹਾਡੇ ਬੱਚੇ ਮਾਰਦੇ ਆ। ਅਸੀਂ ਵੀ ਕਰੋ ਥੋੜੇ ਬਾਹਰ ਘਰ ਕਿਤੇ ਖਲੋਣ ਨਹੀਂ ਦਿੰਦਾ ਕਿਸੇ ਨੂੰ। ਭਾਪੇ ਨੂੰ ਵੀ ਮਹੀਨੇ ਬਾਅਦ ਛੱਡਿਆ। ਹਾਂਜੀ, ਇਹਨਾਂ ਨੂੰ ਛੱਡਿਆ ਜਦੋਂ, ਤੇ ਫਿਰ ਕਿਵੇਂ ਛੱਡਿਆ? ਕੀ ਪ੍ਰੈਸ਼ਰ ਕੀ ਪਿੰਡ ਵਾਲੇ ਗਏ ਜਾਂ ਕੀ ਕੁਝ ਨੇ ਛਡਵਾਇਆ ਇਹਨਾਂ ਨੂੰ? ਆਪੇ ਚੰਗੇ ਚੰਗੇ ਮੋਹਤਬਰ ਬੰਦੇ ਸੀ, ਉਹਨਾਂ ਜਾ ਕੇ ਆਖਿਆ ਵੀ ਮੁੰਡੇ ਦੇ ਧੂਣੇ ਦੇ ਮਾਰ ਦਿੱਤੇ ਆ, ਤੇ ਹੁਣ ਇਹਨਾਂ ਨੂੰ ਤੇ ਛੱਡੋ। ਇਹ ਕੋਈ ਮੁੰਡਿਆਂ ਦਾ ਹਾਂਜੀ, ਫਿਰ ਵੀ ਗਾਲ ਦੀ ਸ਼ਤਾਬਦੀ ਤੇ ਬਣਾ ਨਹੀਂ ਕੁੰਦਾ ਉਹ। ਹਾਂਜੀ, ਤੇ ਅਸੀਂ ਤੇ ਧੰਨਵਾਦੀ ਹਾਂ ਵੀ ਸ਼ੁਕਰ ਹੈ ਮਹਾਰਾਜ ਸੱਚੇ ਪਾਤਸ਼ਾਹ ਇਨਸਾਫ ਤੇ ਮਿਲਿਆ। ਬਾਕੀ ਉਹਨੇ ਸਾਨੂੰ ਆਫਰਾਂ ਵੀ ਦਿੱਤੀਆਂ, ਪਰ ਅਸੀਂ ਆਫਰ ਦੇ ਬੰਨੇ ਨਹੀਂ ਜੇ ਗਏ। ਗਰੀਬੀ ਝਾਕ ਲਈ ਆ, ਪਰ ਉਹਦੀ ਕੋਈ ਆਫਰ ਨਹੀਂ ਅਸੀਂ ਮੰਨੀ। ਇੱਕੋ ਹੀ ਗੱਲ ਫੜੀ ਵੀ ਇਨਸਾਫ ਲੈਣਾ ਬਸ ਆਪਾਂ। ਤੂੰ ਸਾਨੂੰ ਜੋ ਮਰਜ਼ੀ ਦੇ ਦੇ। ਬੰਦੇ ਘਰ ਆਉਂਦੇ ਰਹੇ, ਪਰ ਅਸੀਂ ਬੰਦਿਆਂ ਨੂੰ ਇੱਕੋ ਗੱਲ ਆਖੀ ਵੀ ਸਾਡੇ ਘਰ ਤੋਂ ਮੁੜ ਕੇ ਇਸ ਮਸਲੇ 'ਚ ਨਹੀਂ ਆਉਣਾ। ਹਾਂ, ਨਾ ਇਹਦੇ ਨਾਲ ਕੋਈ ਲੈਣ ਦੇਣ ਕਰਨਾ, ਨਾ ਇਨਸਾਫ ਮੰਗਣਾ ਜੇ ਸਾਨੂੰ ਪਾਤਸ਼ਾਹ ਨੇ ਦੇ ਦਿੱਤਾ। ਬਾਕੀ ਜੱਜ ਸਾਹਿਬ ਬਹੁਤ ਬੀਬੇ ਬੰਦੇ ਨਿਕਲੇ ਆ, ਹਰਜੀਤ ਸਿੰਘ ਖਾਲਸਾ ਭਾਈ ਦੇ ਸੀਬੀਆਈ ਦੇ, ਤੇ ਉਹਨਾਂ ਨੇ ਬਹੁਤ ਸਾਨੂੰ ਧੰਨਵਾਦੀ ਉਹਨਾਂ ਦਾ। ਹਾਂਜੀ, ਜਿਨ੍ਹਾਂ ਨੇ ਸਾਨੂੰ 27 ਸਾਲ ਬਾਅਦ ਸੰਘਰਸ਼ ਲੜਦਿਆਂ ਪਟਿਆਲੋਂ ਫਿਰ ਮੁਹਾਲੀ ਆ ਗਏ। ਹਾਂਜੀ, ਚਲੋ ਹਾਂਜੀ ਬਸ। ਜੇ ਜਿਸ ਤਰ੍ਹਾਂ ਦੇ ਨਾਲ ਸਾਰਾ ਕੁਝ ਹੋਇਆ, ਬੜਾ ਮੁਸ਼ਕਿਲ ਆ ਅਜਿਹੇ ਦੌਰ ਦੇ ਵਿੱਚ, ਗੁਜ਼ਾਰਾ ਵੀ ਜਿਹੜਾ ਹੈ ਉਹ ਵੀ ਮੁਸ਼ਕਿਲ ਹੁੰਦਾ ਆ। ਕਿਵੇਂ ਪਰਿਵਾਰ ਨੇ ਕਿਵੇਂ ਗੁਜ਼ਾਰਾ ਕੀਤਾ ਫਿਰ? ਇੱਦਾਂ ਫਿਰ ਮਿਹਨਤ ਕੁਝ ਜਿਹੜੀ ਦੁਕਾਨਾਂ ਤੋਂ ਕੁਨਾ ਪਾ ਪਾਈ ਦੀਆਂ ਉਹ ਵੀ ਵੇਗੀ, ਜਾਇਦਾਦ ਜਿੰਨੇ ਵੀ ਹੈਗੀ ਕਿੱਲਾ ਕੋ ਪੈਲੀ 2 ਉਹ ਵੀ ਵੇਗੀ ਸਾਰੀ, ਇਸੇ ਕੇਸ ਤੇ ਮਗਰ ਹੀ ਅਸੀਂ ਵੇਖੋ ਮਿਸਤਰੀ ਦਾ ਕੰਮ ਕਰਦੇ, ਦਿਹਾੜੀਆਂ ਲਾ ਕੇ ਵੀ ਭਾਪੇ ਦਾ ਜਿੰਨਾ ਸਾਥ ਦਿੱਤਾ। ਹਾਂਜੀ, ਨਾਲ ਵੀ ਜਾਂਦੇ ਰਹੇ ਹਾਂ, ਚੰਡੀਗੜ੍ਹ ਪਟਿਆਲੇ ਤੱਕ ਨਾਲ ਵੀ ਜਾਂਦੇ ਰਹੇ ਉਹਨਾਂ ਦੇ। ਹਾਂਜੀ, ਬਾਕੀ ਮਿਹਨਤ ਕਰਕੇ ਹੀ ਆ। ਹਾਂਜੀ, ਕਿਸੇ ਸਾਨੂੰ ਪਾਰਟੀ ਨਾ ਅਕਾਲੀ, ਨਾ ਕਿਸੇ ਕਾਂਗਰਸੀ, ਨਾ ਕਿਸੇ ਕੋਈ ਨੁਮਾਇੰਦੇ ਨੇ, ਸੁਸਾਇਟੀ ਨੇ, ਕਿਸੇ ਨੇ ਸਾਡੀ ਕੋਈ ਬਾਂਹ ਨਹੀਂ ਫੜੀ ਅਜੇ ਤੱਕ 27 ਸਾਲਾਂ ਵਿੱਚ। ਸਾਨੂੰ ਕੋਈ ਕਹਿ ਦੇ ਵੀ ਇਹਨਾਂ ਨੇ ਕੋਈ ਪੈਸਾ ਲਿਆ ਹੋਵੇ ਕਿਸੇ ਕੋਲ। ਹਾਂਜੀ, ਹਾਂ, ਤੇ ਆਪਣੀ ਮਿਹਨਤ ਦੇ ਨਾਲ ਹੀ ਸਾਰਾ ਪਟਿਆਲੇ ਚੰਡੀਗੜ੍ਹ ਤੱਕ ਮੁਹਾਲੀ ਤੱਕ ਜਾਂਦੇ ਰਹੇ ਹਾਂ। ਹਾਂਜੀ, ਤਰੀਕਾਂ ਜਦੋਂ ਮਹੀਨੇ ਬਾਅਦ ਤਰੀਕ ਪੈਂਦੀ ਸੀ ਉਸੇ ਵੇਲੇ ਪਹੁੰਚੀਦਾ ਸੀ ਵੀ ਕੋਈ ਮਿਸ ਨਹੀਂ ਕੀਤੀ। ਹਾਂਜੀ, ਜਿਹੜਾ ਸਰਦਾਰ ਹਰਜੀਤ ਸਿੰਘ ਹੋਰੀ ਸੀਗੇ, ਉਹਨਾਂ ਨੂੰ ਇੱਥੋਂ ਘਰੋਂ ਉਠਾਇਆ ਗਿਆ, ਤੁਹਾਡੇ ਪਿਤਾ ਜੀ ਨੂੰ ਉਠਾਇਆ ਗਿਆ, ਕਿਉਂ ਉਠਾਇਆ ਗਿਆ? ਉਦੋਂ ਦੱਸਿਆ ਗਿਆ ਕਿ ਕੀ ਕਾਰਨ ਆ? ਕੋਈ ਗਤੀਵਿਧੀ ਦੇ ਵਿੱਚ ਹੱਥ ਸੀਗਾ ਜਾਂ ਕੀ ਸੀ? ਨਹੀਂ ਸੁਣੀ ਜੀ ਉਹਨਾਂ ਨੇ, ਬਸ ਅੱਖਾਂ ਤੇ ਪੱਟੀਆਂ ਬੰਨ੍ਹ ਕੇ ਲੈ ਗਿਆ ਬਸ। ਉੱਥੇ ਜਾ ਕੇ ਖੋਲੀਆਂ ਜਦੋਂ ਕਦੇ ਉਹਨਾਂ ਨੂੰ ਗਏ ਥਾਣੇ 'ਚ। ਹੁਣ ਇਹ ਨਹੀਂ ਪਤਾ ਮੈਨੂੰ। ਹਾਂਜੀ, ਕਸੂਰ ਦੱਸਿਆ ਗਿਆ? ਕੀ ਕਸੂਰ? ਕਸੂਰ ਤਾਂ ਮੰਨਦਾ ਹੀ ਨਹੀਂ ਕਿਸੇ ਦੀ ਗੱਲ ਤੇ। ਬਸ ਜਿੱਦਾਂ ਕੋਈ ਉਹਨਾਂ ਤੇ ਕੋਈ ਜਿੱਦਾਂ ਹੋਊਗਾ ਬੰਦਾ, ਇੱਦਾਂ ਕੋਈ ਕਿਸੇ ਦੀ ਗੱਲ ਸੁਣਦਾ ਹੀ ਨਹੀਂ ਸੀ। ਗੱਲ ਸੁਣਦਾ ਉਹਦੇ ਪੰਚਾਇਤ ਨੂੰ ਗਾਲਾਂ ਕੱਢਦੇ ਥਾਣੇਦਾਰ। ਕੋਈ ਅਜੇ ਤੱਕ ਅਫਸਰ ਕਿਤੇ ਗਾਲਾਂ ਕੱਢਦਾ ਪੰਚਾਇਤਾਂ ਨੂੰ? ਬਸ ਉਹਦਾ ਤੇ ਕਿ ਬਸ ਇਹ ਵੀ ਮੈਂ ਸਾਰਾ ਪਿੰਡ ਮਾਰ ਹੀ ਜਾਣਾ ਜਾਪਦਾ ਜਿੱਦਾਂ। ਹਾਂਜੀ, ਕਿਸੇ ਪਿੰਡ ਦੇ ਸ਼ਖਸ ਨੂੰ ਪੁੱਛ ਕੇ ਵੇਖ ਲਓ ਵੀ ਉਸ ਬੰਦੇ ਬਾਰੇ ਤੁਹਾਨੂੰ ਕੋਈ ਜਿੱਥੇ ਗਣ ਵੀ ਇਹ ਬੰਦੇ ਨੇ ਕੋਈ ਨੇਕੀ ਦਾ ਕੰਮ ਕੀਤਾ ਉਹ ਧਰਤੀ ਤੇ। ਹਾਂਜੀ, ਨੇਕੀ ਵਾਲਾ ਕੰਮ ਤੇ ਮੈਨੂੰ ਜ਼ਿਆਦਾ ਕੋਈ ਜ਼ਿੰਦਗੀ 'ਚ ਨਹੀਂ ਕੀਤਾ ਨਾ ਕੋਈ। ਹਾਂਜੀ, ਤੇ ਹੁਣ ਕਿਵੇਂ ਗੁਜ਼ਾਰਾ ਚੱਲ ਰਿਹਾ ਤੁਹਾਡਾ? ਬਸ ਇੱਦਾਂ ਹੀ ਆ, ਸੰਤਾਂ ਭੂਰੀ ਵਾਲਿਆਂ ਦੇ ਨਾਲ ਲੱਗੇ ਦੋਵੇਂ ਭਰਾ ਹੀ ਗੁਰਦੁਆਰੇ 'ਚ ਕੰਮ ਕਰੀਦਾ। ਹਾਂਜੀ, ਆਪ ਉਹਨਾਂ ਨਾਲ ਪੱਕੇ ਇੱਦਾਂ ਤੇ ਦਿਹਾੜੀ ਦਾ ਪਈ ਆ। ਹੋਰ ਆਪਾਂ ਕਿਸੇ ਨੇ ਕਦੀ ਮਦਦ ਕੀਤੀ ਕਿਸੇ ਜਥੇਬੰਦੀ ਨੇ ਜਾਂ ਕਿਸੇ ਨੇ? ਮੈਂ ਤੁਹਾਨੂੰ ਕੋਈ ਕਹਿ ਦੋ ਕਿ ਜੇ ਪੰਜਾਬ ਦੇ ਵਿੱਚੋਂ ਕੋਈ ਬੰਦਾ ਬਾਂਹ ਖੜੀ ਕਰਕੇ ਕਹਿ ਦੇ ਵੀ ਮੈਂ ਇਹਨਾਂ ਬਲਬੀਰ ਸਿੰਘ ਦੇ ਘਰ ਗਿਆ ਵਾਂ, ਇਹਨਾਂ ਬੱਚਿਆਂ ਦੀ ਗਲਫ ਕੀਤੀ ਹੋਵੇ, ਨਾ ਕੋਈ ਗੱਲ ਨਹੀਂ ਕੀਤੀ ਗਈ। ਕੋਈ ਬੰਦਾ ਕਿਸੇ ਸੁਸਾਇਟੀ ਦਾ ਕਹਦੇ ਸਾਨੂੰ ਆਣ ਕੇ ਬਾਂਹ ਖੜੀ ਕਰਕੇ ਕਹਾਂਗੇ ਪਿੱਛੇ ਕਿ ਰੁਪਈਆ ਵੀ ਕਿਸੇ ਕੋਲ ਲਿਆ ਹੋਵੇ, ਤੇ ਨਾ ਆਪਣੀ ਮਿਹਨਤ ਨਾ ਆਪਣੀ ਮਜ਼ਦੂਰੀ ਨਾਲ ਇੰਨਾ ਸੰਘਰਸ਼ ਵੱਡਾ ਲੜ ਕੇ ਅਸੀਂ ਨਿਕਲੇ ਹਾਂ।
ਤੇ ਅਸੀਂ ਤਾਂ ਸ਼ੁਕਰ ਕਰਦੇ ਸੱਚੇ ਪਾਤਸ਼ਾਹ ਦਾ ਵੀ ਸਾਨੂੰ ਇਨਸਾਫ ਮਿਲਿਆ। ਬਹੁਤ ਸਾਰੇ ਕੇਸ ਜਿਹੜੇ ਆ ਅਦਾਲਤਾਂ ਦੇ ਵਿੱਚ ਚੱਲ ਰਹੇ ਆ, ਬਹੁਤ ਸਾਰੇ ਜਿਹੜੇ ਉਹਨਾਂ ਦਾ ਜਿਹੜਾ ਆ ਇਨਸਾਫ ਮਿਲ ਵੀ ਜਾਂਦਾ ਵਾ। ਤੁਹਾਨੂੰ ਕਿੰਨੀ ਕੁ ਆਸ ਸੀਗੀ ਕਿ ਵਾਕਿਆ ਇਨਸਾਫ ਮਿਲੂਗਾ, ਕਿਉਂਕਿ ਤੁਸੀਂ ਜਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਸੀ, ਨਾਲ ਨਾਲ ਵਕੀਲਾਂ ਨੂੰ ਵੀ ਪੈਸੇ ਦਿੰਦੇ ਸੀ, ਜਾਣ ਆਉਣ ਦਾ ਵੀ ਖਰਚਾ ਤੁਹਾਡਾ ਲੱਗਦਾ ਸੀ? ਵੇਖੋ ਜੀ, ਉਹ ਉੱਥੇ ਵੀ ਫੀਸਾਂ ਵੀ ਜਿੱਤਿਆਂ ਦਿੱਤੀਆਂ ਪਾਪਾ ਜੀ ਨੇ, ਅਸੀਂ ਵੀ ਨਾਲ ਜਾਂਦੇ ਰਹੇ ਹਾਂ। ਤੇ ਆਸ ਤੇ ਉੱਥੇ ਮੌਕੇ ਤੇ ਉੱਥੇ ਬਿਲਕੁਲ ਸੀਬੀਆਈ ਵਾਲੇ ਵੀ ਜਿਹੜੇ ਅਫਸਰ ਸੀ ਨਾ, ਉਹਨਾਂ ਨੇ ਵੀ ਹੌਸਲਾ ਦਿੱਤਾ ਵੀ ਤੁਸੀਂ ਬੜੇ ਲੰਮਾ ਪਹਿਲੀ ਵਾਰੀ ਤੁਸੀਂ ਇਸ ਸੰਘਰਸ਼ ਤੱਕ ਪਹੁੰਚੇ ਜੇ, ਹੋ ਸਕਦਾ ਤੁਹਾਨੂੰ ਮਾਰ ਇਨਸਾਫ ਦਿਵਾਵੇ। ਹਾਂਜੀ, ਬਾਕੀ ਇੰਨੀ ਗੱਲ ਕਰਦੇ ਸੀ, ਦੂਜੀ ਗੱਲ ਨਹੀਂ ਸੀ ਕਰਦੇ। ਸਾਨੂੰ ਜਦੋਂ ਸੰਮਣ ਆਉਂਦੇ ਤਰੀਕ ਉਸੇ ਵੇਲੇ ਜਾਈਦਾ, ਮਿਸ ਨਹੀਂ ਕਰੀਦੇ। ਹਾਂਜੀ, ਜਦੋਂ ਅਸੀਂ ਫੋਨ ਕਰਦੇ ਵੀ ਅੱਜ ਤੁਹਾਡੀ ਤਰੀਕ ਜੇ ਪਹੁੰਚੋ, ਅਸੀਂ ਜਾਂਦੇ। ਗਵਾਹ ਵੀ ਸਾਡੇ ਜਿਹੜੇ ਸਾਰੇ ਅਸੀਂ ਭੁਗਤਾਏ ਆ। ਹਾਂਜੀ, ਜਦੋਂ ਤੁਹਾਨੂੰ ਪਤਾ ਲੱਗਾ ਕਿ ਹਰਜੀਤ ਸਿੰਘ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਆ, ਤੇ ਤੁਸੀਂ ਅਖੀਰਲੀ ਵਾਰ ਕਦੋਂ ਮਿਲੇ ਉਹਨਾਂ ਨੂੰ? ਮੈਂ ਨਹੀਂ ਮਿਲਿਆ ਜੀ। ਹਾਂਜੀ, ਦੱਸਿਆ ਹੀ ਨਹੀਂ ਉਹਨਾਂ ਨੇ ਤਾਂ ਐਡਾ ਤੁਹਾਨੂੰ ਦੱਸਿਆ ਹੀ ਗੱਲ ਵੀ ਕਿਸੇ ਬੰਦੇ ਨੂੰ ਕੋਈ ਗੱਲ ਕਰਨ ਦਿੰਦਾ ਹੋਵੇ ਤੇ ਬੰਦਾ ਕੋਈ ਮਿਲੇ। ਸਕੇ ਬਾਪ ਨੂੰ ਨਹੀਂ, ਕਿਸੇ ਭੈਣ ਨੂੰ ਨਹੀਂ, ਕਿਸੇ ਭਰਾ ਨੂੰ ਨਹੀਂ ਮਿਲਣ ਦਿੱਤਾ। ਹਾਂ, ਪਤਾ ਹੀ ਨਹੀਂ ਉਹ ਕਿੱਥੇ ਲੈ ਗਿਆ। ਕੋਈ ਫੁੱਲ ਮਿਲੇ ਹੋਣ ਸਾਨੂੰ, ਕੋਈ ਨਿਸ਼ਾਨੀ ਮਿਲੀ ਹੋਵੇ ਤੇ ਦੱਸੀਏ ਤੁਹਾਨੂੰ ਕੋਈ। ਜਦੋਂ ਸਾਨੂੰ ਕੋਈ ਮਿਲਿਆ ਹੀ ਨਹੀਂ ਗਿਆ। ਹਾਂਜੀ, ਉਹਨਾਂ ਦੀ ਕੋਈ ਨਿਸ਼ਾਨੀ ਨਹੀਂ ਸਾਨੂੰ ਦਿੱਤੀ ਤੇ। ਹਾਂ, ਬਿਲਕੁਲ ਨਹੀਂ, ਕਿਸੇ ਨੂੰ ਮੂੰਹ ਨਹੀਂ ਕਿਸੇ ਨੂੰ ਵਿਖਾਇਆ। ਹਾਂਜੀ, ਜਿਸ ਤਰ੍ਹਾਂ ਪਿਤਾ ਜੀ ਦੱਸ ਰਹੇ ਸੀਗੇ ਕਿ ਘਰੇ ਪਾਠ ਰਖਾਇਆ, ਉਹ ਵੀ ਬੰਦ ਕਰਾਉਣ ਤੱਕ ਗਏ, ਕੀ ਹੋਇਆ ਸੀ ਉਦੋਂ ਫਿਰ? ਹਾਂਜੀ, ਪੰਚਾਇਤ ਨੇ ਇਹਨਾਂ ਨੇ ਜੋ ਕੁਝ ਵੀ ਕੀਤਾ, ਪੰਚਾਇਤ ਨੇ ਆਖਿਆ ਵੀ ਤੂੰ ਹੁਣ ਇਸ ਤੋਂ ਵੱਧ ਕੀ ਕਰ ਲੈਣਾ ਸੀ। ਹਾਂਜੀ, ਪੰਚਾਇਤ ਨੇ ਬੜਾ ਸਾਥ ਦਿੱਤਾ। ਬਸ ਪਿੰਡ ਦੀ ਜਿਹੜੀ ਪਰੇ ਦੀ ਪੰਚਾਇਤ, ਪਿੰਡ ਜਿੱਥੇ ਲਾਗੇ ਬੰਦੇ ਦੀ ਪੰਚਾਇਤ ਹੁੰਦੀ, ਉਹਨਾਂ ਨੇ ਆਖਿਆ ਵੀ ਬੱਚੇ ਵੀ ਨੌਜਵਾਨ ਮਾਰਤੇ, ਹੁਣ ਇਹ ਤੋਂ ਪਰਾਂ ਕੀ ਕਰ ਦੇਂਗੇ। ਹਾਂਜੀ, ਬਸ ਇਹ ਕਹਿਣਾ ਹੈ। ਤੇ ਜਦੋਂ ਜਿਹੜਾ ਇਹ ਹੈਗਾ ਸੀਗਾ ਨਰਿੰਦਰ ਸਿੰਘ ਮੱਲੀ ਸੀਗਾ ਤੇ ਗਿਆਨ ਸਿੰਘ ਸੀਗਾ, ਜਦੋਂ ਤੁਸੀਂ ਕੇਸ ਕੀਤਾ, ਇਹਨਾਂ ਨੂੰ ਨਾਮਜ਼ਦ ਕੀਤਾ ਕਿ ਇਹ ਵਿਅਕਤੀ ਸੀਗੇ, ਤੇ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਉਦੋਂ ਵੀ ਤੁਹਾਨੂੰ ਡਰਾਉਣ ਦੀ, ਧਮਕਾਉਣ ਦੀ ਕਿੰਨੀ ਕੁ ਕੋਸ਼ਿਸ਼ ਦੇ ਰਹੇ, ਬੰਦੇ ਭੇਜਦੇ ਰਹੇ ਜੀ। ਦੇਖੋ, ਹਾਂਜੀ, ਐਂ ਕਰ ਦਾਂਗੇ, ਉਹ ਕਰ ਦਾਂਗੇ। ਅਸੀਂ ਚੁੱਪ ਆਪਣੀ ਮਸਤਾਨੀ ਹਾਥੀਆਂ ਵਾਲੀ ਚਾਲ ਚੱਲੀ ਗਏ ਬਸ। ਹਾਂਜੀ, ਹਾਂ, ਬੰਦੇ ਭੇਜਦਾ ਰਿਹਾ, ਚੰਗੇ ਚੰਗੇ ਨਾਮੀ ਬੰਦੇ ਪਿੰਡ ਚੋਂ ਘੱਲਦਾ ਰਿਹਾ ਵੀ ਤੁਸੀਂ ਮਿਸਤਰੀ ਸਾਹਿਬ ਨਾਲ ਗੱਲਬਾਤ ਕਰੋ। ਪਰ ਅਸੀਂ ਨਹੀਂ, ਮਨ ਮਹਾਰਾਜ ਦੀ ਕਿਰਪਾ ਦੇ ਨਾਲ ਆਪਣੀ ਈਨ ਤੇ ਪੱਕੇ ਹੀ ਰਹੇ ਹਾਂ ਤੇ ਤਾਂ ਇੱਥੋਂ ਤੱਕ ਪਹੁੰਚੇ ਹਾਂ। ਧਮਕੀਆਂ ਤਾਂ ਜਾਂ ਉਹਦੀ ਕੋਈ ਗੱਲਬਾਤ ਅਸੀਂ ਸੁਣੀ ਨਹੀਂ। ਪੈਸੇ ਵੱਲੋਂ ਵੀ ਕੋਈ ਆਫਰ ਮਿਲਦੀ ਦਿੰਦਾ ਸੀ, 5 ਲੱਖ ਲੈ ਲਓ, 6 ਲੱਖ ਲੈ ਲਓ। ਮੈਂ ਕਿਹਾ ਅਸੀਂ ਭੁੱਖੇ ਨਹੀਂ ਬੈਠੇ, ਮਹਾਰਾਜ ਚੰਗੀ ਰੋਟੀ ਮਾੜੀ ਚੰਗੀ ਖਾਈ ਜਾਂਦੇ ਆ। ਬੰਦੇ ਭੇਜਦਾ ਸੀ, ਪੱਤੀ ਵਿੱਚੋਂ ਬੰਦੇ ਭੇਜਦਾ ਸੀ, ਪਰ ਅਸੀਂ ਕਿਸੇ ਨੂੰ ਨਹੀਂ ਇਹ ਗੱਲ ਆਖੀ ਵੀ ਅਸੀਂ ਪੈਸਿਆਂ ਵਾਲੇ ਤੇ ਬੰਨੇ ਅਸੀਂ ਗਏ ਹੀ ਨਹੀਂ। ਹਾਂ, ਨਹੀਂ, ਇਸ ਬਾਰੇ ਨਹੀਂ ਅਸੀਂ ਆਖਿਆ। ਅਸੀਂ ਕਿਹਾ ਜੋ ਇਨਸਾਫ ਸੀਬੀਆਈ ਕਰੂਗੀ, ਸਰਕਾਰ ਕਰੂਗੀ, ਜੱਜ ਸਾਹਿਬ ਕਰਨਗੇ, ਉੱਤੇ ਅਸੀਂ ਫੁੱਲ ਚੜਾ ਦਾਂਗੇ। ਚੰਗਾ ਕਰਦੇ ਮਾੜਾ ਕਰਦੇ, ਖੈਰ ਮਾਰ ਸੱਚੇ ਪਾਤਸ਼ਾਹ ਨੇ ਚੰਗਾ ਹੀ ਕੀਤਾ, ਬਹੁਤ ਸੋਹਣਾ ਸੀ। ਠੰਡ ਪੈ ਗਈ, ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਇਨਸਾਫ ਚਾਹੀਦਾ ਸੀ। ਇਨਸਾਫ ਮਿਲ ਗਿਆ। ਅਸੀਂ ਇਹਨੇ ਹੋਰ ਵੀ ਜਿਹੜੇ ਕਿਤੇ ਖਾਰਕੂ ਇੱਦਾਂ ਮਾਰੇ ਗਏ ਵੀਰ ਸਾਡੇ, ਉਹਨਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ। ਇਹ ਤੇ ਹਰ ਇੱਕ ਦੇ ਗਾੜੀ ਅਰਦਾਸ ਕਰਦੇ। ਉੱਥੇ ਤੇ ਵੇਖਿਆ ਹੀ ਮੁਹਾਲੀ ਵਿੱਚ ਕਈ ਪਰਿਵਾਰ ਤੁਰੇ ਫਿਰਦੇ, ਰੁਲਦੇ ਫਿਰਦੇ, ਬੁੱਢੀਆਂ ਮਾਵਾਂ ਰੁਲਦੀਆਂ ਫਿਰਦੀਆਂ ਤਾਂ ਹੀ, ਜਿਨ੍ਹਾਂ ਨੂੰ ਤੁਰਨ ਜੋਗੀਆਂ ਵੀ ਨਹੀਂ ਹੈਗੀਆਂ ਜੀ। ਹਾਂਜੀ, ਹਾਂ। ਸੋ ਬਿਲਕੁਲ ਤੁਸੀਂ ਦੇਖਿਆ ਕਿ ਕਿਵੇਂ ਇਹ ਪਰਿਵਾਰ ਦੇ ਮੈਂਬਰਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਕਿਵੇਂ ਇੱਕ ਉਹ ਦੌਰ ਸੀਗਾ ਜਦੋਂ 1992 ਦੇ ਵਿੱਚ ਹਰਜੀਤ ਸਿੰਘ ਉਰਫ ਗੋਰਾ ਤੇ ਉਹਨਾਂ ਦੇ ਪਿਤਾ ਜੀ ਸਰਦਾਰ ਬਲਵੀਰ ਸਿੰਘ ਹੋਰਾਂ ਨੂੰ ਘਰੋਂ ਚੁੱਕ ਲਿਆ ਗਿਆ, ਤੇ ਇੱਕ ਇਹਨਾਂ ਦਾ ਭਰਾ ਹੋਰ ਸੀਗਾ ਕੁਲਦੀਪ ਸਿੰਘ ਹਰਜੀਤ ਸਿੰਘ ਹੋਰਾਂ ਦਾ, ਉਸ ਨੂੰ ਵੀ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ। ਉਹਨਾਂ ਦਾ ਕਿਵੇਂ ਪਤਾ ਲੱਗਾ ਤੁਹਾਨੂੰ? ਕੁਲਦੀਪ ਸਿੰਘ ਹੋਰਾਂ ਦਾ ਕਿਵੇਂ ਪਤਾ ਲੱਗਾ ਕਿ ਕਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ? ਇਹ ਪੰਚਾਇਤ ਨੇ ਦੱਸਿਆ ਆਣ ਕੇ ਤੁਹਾਡੇ ਮੁੰਡੇ ਮਾਰ ਦਿੱਤੇ ਪਿੰਡ ਵਿੱਚ। ਹਾਂਜੀ, ਪਤਾ ਤੇ ਕਿਤਾ ਉਹਨਾਂ ਦੇ ਟੌਟ ਟਾਟ ਜਿੱਦਾਂ ਕੋਈ ਗੱਲ ਕੋਈ ਨਹੀਂ ਦੱਸੀ ਹੋਊਗੀ ਕੋਈ। ਹਾਂ, ਬਸ ਪਤਾ ਉਦੋਂ ਲੱਗਾ ਪੰਚਾਇਤ ਨੇ ਆ ਕੇ ਤੁਹਾਡੇ ਬੱਚੇ ਮਾਰ ਦਿੱਤੇ ਇਹਨਾਂ ਨੇ ਫੜ ਕੇ। ਹਾਂਜੀ, ਹਾਂ। ਹੁਣ ਤੁਸੀਂ ਕੋਈ ਉਹਨਾਂ ਦੀ ਯਾਦ ਦੇ ਵਿੱਚ ਕੋਈ ਪਾਠ ਕਰਾਉਂਦੇ ਜੇ ਜਾਂ ਕਿੱਦਾਂ, ਕੀ ਕਰਦੇ? ਸਾਨੂੰ ਤਾਂ ਇਹ ਸਾਰੇ ਪਿੰਡ ਦੇ ਵਿੱਚੋਂ ਸਾਰੇ ਗੁਰਦੁਆਰੇ ਸਾਹਿਬ ਹੀ ਪਾਠ ਧਰੀਦਾ, ਉੱਥੇ ਜਾਈਦਾ। ਸਾਲ ਬਾਅਦ 3 ਨਵੰਬਰ ਦੇ ਮਹੀਨੇ 'ਚ ਧਰਦੇ ਆ ਜੀ। ਉੱਥੇ ਉਹਨਾਂ ਆਖਿਆ ਸਾਰੇ ਸ਼ਹੀਦਾਂ ਦੇ ਇੱਕੇ ਥਾਂ ਪਾਠ ਕਰਾਈਦਾ, ਉੱਥੇ ਜਾਈਦਾ, ਜੋ ਸਰਦਾ ਬੰਦਾ ਤਿਲ ਫੋਟਾ ਪਾਉਂਦਾ। ਹਾਂਜੀ, ਹਾਂਜੀ, ਤੇ ਘਰ 'ਚ ਨਹੀਂ ਮਤਲਬ। ਤੇ ਹੁਣ ਕੇਸ ਤੋਂ ਬਾਅਦ ਦੇ ਵਿੱਚ ਕੋਈ ਸਰਕਾਰ ਵੱਲੋਂ ਕੋਈ ਮਦਦ ਮਿਲੀ ਜਾਂ ਕੁਝ ਪੈਸਾ ਹੁਣ ਮਿਲਿਆ ਕਿ ਨਹੀਂ, ਜਾਂ ਆਸ ਹੈ ਕੁਝ? ਅਜੇ ਤੱਕ ਵੇਖੋ ਜੀ, ਅਸੀਂ ਕੀ ਕਹਿ ਸਕਦੇ ਹੁਣ। ਅਸੀਂ ਤੇ ਜੋ ਉਹਨਾਂ ਨੇ ਕੀਤਾ, ਅਸੀਂ ਤਾਂ ਉੱਤੇ ਫੁੱਲ ਚੜਾ ਦਿੱਤੇ ਆ। ਸਰਕਾਰ ਨੂੰ ਤੇ ਵੇਖੋ ਤੁਹਾਡੇ ਵਰਗੇ ਚੈਨਲਾਂ ਦੇ ਰਾਹੀਂ ਪਤਾ ਲੱਗੇ, ਕਿਸੇ ਪਾਰਟੀਆਂ ਨੂੰ ਪਤਾ ਲੱਗੇ ਤੇ ਫੇਰ ਹੀ ਹੈਲਪ ਹੁੰਦੀ ਹੈ। ਹਾਂਜੀ, ਤੇ ਉੱਦਾਂ ਕੌਣ ਕਿਸੇ ਦੀ ਬਾਤ ਪੁੱਛਦਾ ਕੋਈ?
ਹਾਂ ਸੋ ਬਿਲਕੁਲ ਵਿਦੇਸ਼ਾਂ ਦੇ ਵਿੱਚ ਵਸਦੀਆਂ ਸਿੱਖ ਸੰਗਤਾਂ ਜਿਹੜੀਆਂ ਆ ਉਹ ਇਸ ਗੱਲ ਤੋਂ ਹੁਣ ਜਾਣੂ ਹੋ ਗਈਆਂ ਹੋਣਗੀਆਂ ਕਿ ਕਿਵੇਂ ਇਸ ਪਰਿਵਾਰ ਨੇ ਗਰੀਬੀ ਦੇ ਦੌਰ ਦੇ ਵਿੱਚੋਂ ਵੀ ਲੰਘਦਿਆਂ ਹੋਇਆਂ ਲਾਲਚ ਨਹੀਂ ਕੀਤਾ, ਚਾਹੇ ਕਿ ਉਹ ਪੁਲਿਸ ਅਫਸਰ ਜਿਹੜੇ ਆ ਇਹਨਾਂ ਨੂੰ ਪੈਸਿਆਂ ਤੱਕ ਦੀ ਆਫਰ ਜਿਹੜੀ ਆ ਕਰਦੇ ਰਹੇ ਆ, ਡਰਾਉਣ ਧਮਕਾਉਣ ਦੀ ਗੱਲ ਜਿਹੜੀ ਆ ਉਹ ਵੀ ਹੁੰਦੀ ਰਹੀ ਆ, ਪਰ ਪਰਿਵਾਰ ਜਿਹੜਾ ਆ ਕਿਉਂਕਿ ਮਾਮਲਾ ਜਿਹੜਾ ਆ ਸੀਬੀਆਈ ਦੇ ਵਿੱਚ ਸੀਗਾ, ਸੀਬੀਆਈ ਦੇ ਕੋਲ ਸੀਗਾ, ਸੀਬੀਆਈ ਕੋਰਟ ਨੇ ਹੀ ਹੁਣ ਇਸ ਫੈਸਲੇ ਦੇ ਉੱਤੇ 26 ਸਾਲ ਦੇ ਬਾਅਦ 27 ਸਾਲ ਦੇ ਬਾਅਦ ਜਿਹੜਾ ਆ ਉਹ ਇਨਸਾਫ ਦਿੱਤਾ ਆ। ਪਰਿਵਾਰ ਨੂੰ ਇਸ ਗੱਲ ਤੋਂ ਤਸੱਲੀ ਆ ਕਿ ਉਹਨਾਂ ਨੂੰ ਇਨਸਾਫ ਜਿਹੜਾ ਆ ਉਹ ਇਸ ਮਾਮਲੇ ਦੇ ਉੱਤੇ ਮਿਲਿਆ ਆ। ਸੋ ਵਿਦੇਸ਼ ਦੀਆਂ ਸੰਗਤਾਂ ਜੇਕਰ ਚਾਹਣ ਤਾਂ ਇਸ ਪਰਿਵਾਰ ਦੀ ਕੁਝ ਨਾ ਕੁਝ ਮਦਦ ਸਿੱਖ ਚੈਨਲ ਦੇ ਰਾਹੀਂ ਕਰ ਸਕਦੀਆਂ ਨੇ। ਸੋ ਅੱਗੇ ਚੱਲ ਕੇ ਅਸੀਂ ਸਰਦਾਰ ਪਰਮਜੀਤ ਸਿੰਘ ਅਕਾਲੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਵੀ ਜਾਣਾਂਗੇ, ਕਿਉਂਕਿ ਉਹਨਾਂ ਦਾ ਲੰਮਾ ਵਾਹ ਵਾਸਤਾ ਇਸ ਪਿੰਡ ਦੇ ਵਿੱਚ ਆਉਂਦੇ ਜਾਂਦੇ ਵੀ ਰਹੇ ਆ ਤੇ ਇਸ ਪਿੰਡ ਦੇ ਵਿੱਚੋਂ ਕਾਫੀ ਪਰਿਵਾਰ ਨੇ ਜਿਨ੍ਹਾਂ ਦੇ ਨੌਜਵਾਨ ਪੁੱਤ ਜਿਹੜੇ ਆ ਉਹਨਾਂ ਨੂੰ ਘਰਾਂ ਤੋਂ ਉਠਾ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਗਿਆ ਆ। ਸੋ ਅੱਗੇ ਚੱਲ ਕੇ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ। ਮੇਰੇ ਨਾਲ ਨੇ ਸਰਦਾਰ ਪਰਮਜੀਤ ਸਿੰਘ ਅਕਾਲੀ ਜਥਾ ਸਿਰਲਤ ਖਾਲਸਾ ਤੋਂ, ਉਹਨਾਂ ਦੇ ਰਾਹੀਂ ਹੀ ਅਸੀਂ ਇਸ ਪਰਿਵਾਰ ਤੱਕ ਪਹੁੰਚ ਸਕੇ ਹਾਂ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਪਰਿਵਾਰ ਦੇ ਕੋਲ ਆਏ ਹਾਂ ਅਸੀਂ ਤੇ ਜਿਵੇਂ ਇਹਨਾਂ ਨੇ ਆਪਣੀ ਕਹਾਣੀ ਦੱਸੀ, ਪਿਛਲੇ ਦਿਨਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਛਪਿਆ ਹੈ, ਇਹਨਾਂ ਨੂੰ ਇਨਸਾਫ ਮਿਲਿਆ ਹੈ, ਇਸ ਗੱਲ ਦੀ ਖੁਸ਼ੀ ਆ, ਪਰ ਇਹਨਾਂ ਦੇ 2 ਬੇਟੇ ਜਿਹੜੇ ਆ ਸ਼ਹੀਦ ਕਰ ਦਿੱਤੇ ਗਏ ਆ। ਬਿਲਕੁਲ ਜੀ, ਪਹਿਲਾਂ ਤਾਂ ਇਹਨਾਂ ਦੇ ਸਿਰ ਨੂੰ ਸਦਕੇ ਨੂੰ ਸਲਾਮ ਆ, ਕਿਉਂਕਿ ਬਹੁਤ ਲੰਮਾ ਸੰਘਰਸ਼ ਇਹਨਾਂ ਨੇ ਲੜਿਆ। ਆਪਾਂ ਜਿਸ ਨਗਰ ਸੁਲਤਾਨਵਿੰਡ ਪਿੰਡ 'ਚ ਬੈਠੇ 100 ਤੋਂ ਉੱਪਰ ਦੇ ਕਰੀਬ ਨੌਜਵਾਨ ਜਿਹੜੇ ਸੀ ਉਹ ਲਹਿਰ ਦੇ ਵਿੱਚ, ਜਿਹੜੇ ਲਹਿਰ 'ਚ ਸੇਵਾ ਕਰਦੇ ਸੀ ਉਹ ਵੀ ਸ਼ਹੀਦ ਹੋਏ ਤੇ ਜਿਵੇਂ ਇਹਨਾਂ ਦੇ ਅਣਪਛਾਤੇ ਕਹਿ ਕੇ ਇਹਨਾਂ ਨੇ ਚੱਕ ਕੇ ਸ਼ਹੀਦ ਕਰ ਦਿੱਤੇ ਗਏ ਮੁਕਾਬਲਾ ਬਣਾ ਕੇ। ਸੋ ਲੰਮਾ ਸਮਾਂ ਇਹਨਾਂ ਨੇ ਜਿਹੜਾ ਉਹ ਲੜਿਆ ਵਾ ਇਨਸਾਫ ਦੇ ਵਾਸਤੇ ਤੇ ਸਿੱਖ ਚੈਨਲ ਦਾ ਵੀ ਧੰਨਵਾਦ ਹੈ ਕਿ ਤੁਸੀਂ ਇਹਨੂੰ ਸੰਗਤ ਤੱਕ ਲੈ ਕੇ ਜਾ ਰਹੇ ਹੋ। ਪਰ ਇੱਥੇ ਕੁਝ ਗੱਲਾਂ ਜਿਹੜੀਆਂ ਸਾਨੂੰ ਸਮਝਣੀਆਂ ਪੈਣੀਆਂ ਨੇ। ਹਿੰਦੁਸਤਾਨ ਦੇ ਵਿੱਚ ਰਹਿ ਰਹੇ ਆ, ਇੰਨੀ ਵੱਡੀ ਨਸਲਕੁਸ਼ੀ ਹੋਈ ਆ 92 ਤੋਂ 93 ਤੱਕ ਚੱਲੀ। ਜਿਵੇਂ ਜਸਵੰਤ ਸਿੰਘ ਖਾਲੜਾ ਜੀ ਨੇ 25,000 ਦੇ ਕਰੀਬ ਨੌਜਵਾਨਾਂ ਦੀ ਲਿਸਟ ਬਣਾਈ ਸੀਗੀ, ਫਿਰ ਉਹਨਾਂ ਨੂੰ ਵੀ ਇਹਨਾਂ ਨੇ ਸ਼ਹੀਦ ਕਰਤਾ, ਮਾਰ ਤੱਕ ਪਾਤਾ। ਕਿਉਂ ਬੋਲੇ ਹੋ? ਇਸੇ ਤਰ੍ਹਾਂ ਦੇ ਪਰਿਵਾਰ ਬਹੁਤ ਨੇ ਤੇ ਵੇਖੋ ਕਿੰਨੇ ਇਹਨੂੰ ਕਹਿ ਸਕਦੇ ਆ ਵੀ ਸਿੱਖ ਕੌਮ ਦੇ ਨਾਲ ਧੱਕਾ, ਦੋਹਰਾ ਇਨਸਾਫ, 2 ਮੂੰਹਾਂ ਇਨਸਾਫ ਜਿਹੜਾ ਸਰਕਾਰਾਂ ਸਮੇਂ ਦੀਆਂ ਕਰਦੀਆਂ ਨੇ। ਵੀ 2 ਜਵਾਨ ਪੁੱਤ ਇਹਨਾਂ ਦੇ ਉਸ ਸਮੇਂ 'ਚ ਸ਼ਹੀਦ ਹੋਏ ਤੇ 27 ਸਾਲ ਲੰਮਾ ਸੰਘਰਸ਼ ਲੜਿਆ ਗਿਆ। ਕੋਈ ਕਤਲ ਹੋ ਜਾਂਦਾ ਨਾ ਜੀ, ਕੋਈ ਕਤਲ ਹੋ ਜਾਂਦਾ ਨਾਰਮਲ ਵੀ, ਤੇ ਜਾਂ ਕੋਈ ਕਿਸੇ ਸਿਆਸੀ ਬੰਦੇ ਦਾ ਕੋਈ ਇਹੋ ਜਿਹਾ ਕੰਮ ਹੋ ਜਾਂਦਾ, SITਆਂ ਬਣਾਈ ਜਾਂਦੀਆਂ ਨੇ, ਫਾਸਟ ਟਰੈਕ ਕੋਰਟਾਂ ਬਣਦੀਆਂ ਨੇ ਤੇ ਮਿੰਟਾਂ 'ਚ ਇਨਸਾਫ ਮਿਲ ਜਾਂਦਾ। ਪਰ ਇੱਥੇ ਕਿਸਮਤ ਕਹਿ ਸਕਦੇ ਹਾਂ ਸਾਡੀ, ਜਾਂ ਅਸੀਂ ਆਪਣੇ ਜਿਹੜੀਆਂ ਕੁਰਬਾਨੀਆਂ ਨਹੀਂ ਕੀਤੀਆਂ ਉਹਨਾਂ ਦਾ ਮੁੱਲ ਨਹੀਂ ਪਾਇਆ ਇਹਨਾਂ ਲੋਕਾਂ ਨੇ। ਇਸ ਬ੍ਰਾਹਮਣਵਾਦ ਦਾ ਜਿਹੜਾ ਗਲਬਾ ਸਾਡੇ ਤੇ ਇਸ ਵੇਲੇ ਹੈਵੀ ਆ, ਉਹਨਾਂ ਹਿੰਦੁਸਤਾਨ ਦੀਆਂ ਸਰਕਾਰਾਂ ਨੇ 27 ਸਾਲ ਲਾਤੇ। ਇਹ ਤੇ ਬਹੁਤ ਸ਼ੁਕਰ ਦੀ ਗੱਲ ਹੈ ਵੀ ਉਸ ਮੱਲੀ ਵਰਗੇ ਥਾਣੇਦਾਰ ਨੂੰ, ਕਿਉਂਕਿ ਬੜਾ ਬਦਨਾਮ ਨਾਂ ਸੀਗਾ ਉਹਦਾ, ਉਹਨੇ ਬਹੁਤ ਸਿੰਘ ਸ਼ਹੀਦ ਕੀਤੇ ਨੌਜਵਾਨ ਤੋਂ। ਜਿਹੜਾ ਕੋਈ ਦਸਤਾਰ ਗੋਲ ਬੰਨ੍ਹ ਕੇ ਸਮਝ ਜਾਂਦਾ ਸੀ ਉਹ ਚੱਕ ਕੇ ਲੈ ਜਾਂਦਾ ਹੁੰਦਾ ਸੀਗਾ, ਇਹੋ ਜਿਹਾ ਪਹਿਰਾ ਸੀ ਉਹਦਾ। ਪਰ ਚਲੋ ਧੰਨਵਾਦ ਕਰਦੇ ਹਾਂ CBI ਕੋਰਟ ਦਾ ਵੀ ਉਹਨਾਂ ਨੇ, ਉਹ ਵੀ ਜਦੋਂ ਤੱਕ ਸੁਣਿਆ ਵਾ ਆਪਾਂ ਸਟੱਡੀ ਕੀਤਾ ਵੀ ਸਿੱਖ ਜੱਜ ਸੀ, ਸਿੱਖ ਜੱਜ ਜਿਹੜਾ ਸੀਗਾ, ਗੁਰਸਿੱਖ ਨਾ ਗੁਰਸਿੱਖ ਹੈ ਉਹ, ਤੇ ਸ਼ਾਇਦ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਚੀਜ਼ ਮੈਟਰ ਕਰ ਗਈ, ਉਹਨਾਂ ਨੇ ਇਨਸਾਫ ਦੇ ਦਿੱਤਾ। ਸ਼ਾਇਦ ਸਮਝ ਦੀ ਚੀਜ਼ ਹੈ, ਜੇ ਕੋਈ ਹੋਰ ਹੁੰਦਾ ਮੈਨੂੰ ਲੱਗਦਾ ਨਹੀਂ ਸੀ ਸ਼ਾਇਦ ਇਨਸਾਫ ਮਿਲਦਾ, ਕਿਉਂਕਿ ਆਪਾਂ ਬ੍ਰਾਹਮਣਵਾਦ ਦੀ ਗਲਬੇ ਦੀ ਗੱਲ ਕਰ ਰਹੇ ਹਾਂ। ਜਿਹੜੀਆਂ RSS ਵਰਗੀਆਂ ਸੰਘ ਵਰਗੀਆਂ ਸੰਸਥਾਵਾਂ ਨੇ, ਕਾਬਜ ਨੇ ਹਿੰਦੁਸਤਾਨ ਦੇ ਉੱਤੇ, ਤੇ ਇਸ ਮੁਲਕ ਦੇ ਵਾਸਤੇ 93% ਸਿਰ ਜਿਹਨਾਂ ਦਿੱਤੇ ਅੱਜ ਉਹਨਾਂ ਨੂੰ ਇਨਸਾਫ ਦੇ ਵਾਸਤੇ ਧੱਕੇ ਖਾ ਰਹੇ ਪਾ ਰਹੇ ਨੇ। 27 ਸਾਲ ਜ਼ਮੀਨ ਜਾਇਦਾਦ ਸਾਰੀ ਵੇਚ ਕੇ ਇਹਨਾਂ ਨੇ ਆਪਣੀ ਤੇ ਉਹ ਇਨਸਾਫ ਲੜਿਆ। ਸੋ ਕਿਤੇ ਨਾ ਕਿਤੇ ਜਿਹੜਾ ਵਲਵਲਾ ਆਪਣੇ ਮਨਦਾਰਾਂ 'ਚ ਜਿਹੜਾ ਸ਼ੰਕਾ ਸਾਹਮਣੇ ਆਉਂਦਾ ਵੀ ਇਨਸਾਫ ਦੇ ਨਾਂ ਤੇ ਖਿਲਵਾੜ ਕੀਤਾ ਜਾਂਦਾ, ਖਿਲਵਾੜ ਕਰਕੇ ਹੁਣ ਜਿਵੇਂ ਮੱਲੀ ਨੂੰ ਸਜ਼ਾ ਹੋ ਜਾਂਦੀ ਹੈ, ਮੈਨੂੰ ਲੱਗਦਾ ਵੀ ਕੱਲ ਨੂੰ ਉਹਨੂੰ ਆਪਸ਼ਨ ਹੋਣੀ ਉਹਦੇ ਕੋਲ, ਕਿ ਕੁਝ ਕੋਰਟ ਉੱਪਰ ਦੀ ਅਦਾਲਤ ਵਿੱਚ ਅਪੀਲ ਕਰਕੇ ਜ਼ਮਾਨਤ ਲੈ ਕੇ ਉਹਨੇ ਬਾਹਰ ਆ ਜਾਣਾ, ਇਹਨਾਂ ਨੂੰ ਫੇਰ ਤੁਰਨਾ ਪੈਣਾ। ਇਹ ਸੰਘਰਸ਼ ਖਤਮ ਨਹੀਂ ਹੋ ਗਿਆ। ਜੇ ਅਸੀਂ ਸੋਚੀਏ ਵੀ ਉਹਨੂੰ ਸਜ਼ਾ ਹੋ ਗਈ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਕੋਈ ਉਹੋ ਜਿਹੀ ਸਖਤ ਸਜ਼ਾ ਵੀ ਉਹਨਾਂ ਨੂੰ ਜੇ 20 ਸਾਲੀ ਹੋ ਗਈ ਆ ਤੇ ਉਹ 20 ਸਾਲ ਬਾਅਦ ਹੀ ਬਾਹਰ ਆਉਣਗੇ। ਇਹਨਾਂ ਦੇ ਲੋਕਾਂ ਦੇ ਵਾਸਤੇ ਬੜੇ ਰਾਹ ਨੇ ਬਚਣ ਦੇ ਵਾਸਤੇ। ਪਰ ਜੇ ਕਿਤੇ ਕੋਈ ਆਮ ਇਨਸਾਨ ਜਾਂ ਕੋਈ ਆਮ ਜਿਵੇਂ ਸਿੱਖ ਸੀ, ਜੇ ਕਿਸੇ ਇਹੋ ਜਿਹੀ ਕੋਈ ਕਾਰਵਾਈ ਉਹਨੇ ਕੀਤੀ ਹੁੰਦੀ ਤੇ ਉਦੋਂ ਹੀ 27 ਸਾਲ ਦਾ ਬਹੁਤ 27 ਦਿਨਾਂ 'ਚ ਫੈਸਲਾ ਹੋ ਜਾਣਾ ਸੀਗਾ। ਸੋ ਕਿਤੇ ਨਾ ਕਿਤੇ 2 ਮੂੰਹਾਂ ਕਾਨੂੰਨ ਜਿਹੜਾ ਤਫਸਲਾ ਕਾਨੂੰਨ ਸਿੱਖਾਂ ਦੇ ਵਾਸਤੇ ਆ, ਇਹ ਬਹੁਤ ਮਾੜਾ ਚੱਲ ਰਿਹਾ ਪਿਆ। ਸੋ ਬਿਲਕੁਲ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਆ ਕਿ
ਜਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਜਿਹੜੀ ਆ ਉਹ ਚਾਹੇ ਅਨਾਉਂਸ ਹੋ ਗਈ ਆ, ਪਰ ਉਸ ਦੇ ਵਿੱਚ ਵੀ ਫਿਰ ਕਈ ਚੋਰ ਮੋਰੀਆਂ ਜਿਹੜੀਆਂ ਉਹ ਹੁੰਦੀਆਂ ਆ। ਪਿਛਲੇ ਦਿਨੀ ਤੁਸੀਂ ਇੱਕ ਬਿਆਨ ਕੈਪਟਨ ਅਮਰਿੰਦਰ ਸਿੰਘ ਦਾ ਵੀ ਸੁਣਿਆ ਹੋਵੇਗਾ ਤੇ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਆ ਉਹਨਾਂ ਦਾ ਵੀ ਬਿਆਨ ਪੜ੍ਹਿਆ ਹੋਵੇਗਾ ਕਿ ਜਦੋਂ ਉਹ ਦੌਰ ਸੀਗਾ, ਸੰਘਰਸ਼ ਦਾ ਦੌਰ ਸੀਗਾ, ਉਹਨਾਂ ਦਿਨਾਂ ਦੇ ਵਿੱਚ ਜੋ ਕੁਝ ਵੀ ਹੋਇਆ ਆ, ਜਿਹੜੇ ਪੁਲਿਸ ਮੁਲਾਜ਼ਮ ਉਸ ਸਮੇਂ ਦੇ ਵਿੱਚ ਤਾਇਨਾਤ ਸੀਗੇ ਉਹਨਾਂ ਦੇ ਨਾਲ ਥੋੜਾ ਲਚਕੀਲਾ ਵਿਵਹਾਰ ਜਿਹੜਾ ਆ ਉਹ ਕੀਤਾ ਜਾਵੇ, ਉਹਨਾਂ ਦੇ ਨਾਲ ਕਾਨੂੰਨ ਜਿਹੜਾ ਆ ਥੋੜਾ ਲੀਨੀਅੰਟ ਰਹੇ। ਸੋ ਅਜਿਹੀਆਂ ਗੱਲਾਂ ਆਉਂਦੀਆਂ ਨੇ, ਚਾਹੇ ਕਿ ਇਸ ਪਰਿਵਾਰ ਨੂੰ ਸਰਕਾਰ ਨੇ ਅਜੇ ਤੱਕ ਕੋਈ ਸਹਾਇਤਾ ਨਹੀਂ ਦਿੱਤੀ, ਕੋਈ ਵੀ ਚੀਜ਼ ਜਿਹੜੀ ਆ ਉਹ ਪਰਿਵਾਰ ਨੇ ਕੀਤੀ ਆ ਤੇ ਆਪਣੇ ਸਿਰ ਦੇ ਉੱਤੇ ਕੀਤੀ ਆ, ਪਰ ਸਰਕਾਰਾਂ ਜਿਹੜੀਆਂ ਆ ਉਹ ਫਿਰ ਉਹਨਾਂ ਹੀ ਪੁਲਿਸ ਅਫਸਰਾਂ ਦੇ ਹੱਕ ਦੇ ਵਿੱਚ ਗੱਲ ਕਰਦੀਆਂ ਨੇ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਬਹੁਤ ਛੋਟੀ ਉਮਰ ਦੇ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ। ਸੋ ਅਜਿਹੀਆਂ ਗੱਲਾਂ ਜਿਹੜੀਆਂ ਉਹ ਨਿਕਲ ਕੇ ਆਉਂਦੀਆਂ, ਸਾਨੂੰ ਸਰਕਾਰਾਂ ਤੋਂ ਬਹੁਤੀ ਆਸ ਜਿਹੜੀ ਆ ਉਹ ਰੱਖਣੀ ਨਹੀਂ ਚਾਹੀਦੀ। ਸੋ ਮੇਰੇ ਨਾਲ ਸਰਦਾਰ ਭੁਪਿੰਦਰ ਸਿੰਘ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਇਹੀ ਪਿੰਡ ਹੈ ਜੀ? ਹਾਂਜੀ, ਮੇਰਾ ਪਿੰਡ ਸੁਲਤਾਨਵਿੰਡੀ ਹੈ ਜੀ। ਕਿਵੇਂ ਤੁਸੀਂ ਜਾਣਦੇ ਪਰਿਵਾਰ ਬਾਰੇ ਜੋ ਕੁਝ ਹੋਇਆ, ਕਿਵੇਂ ਦੇਖਦੇ ਜੋ ਇਸ ਚੀਜ਼ ਨੂੰ? ਵੇਖੋ ਜੀ, ਸਾਡੇ ਪਿੰਡ ਦੇ ਵਿੱਚ ਇਹ ਵੀਰ ਜੀ ਹੋਣੀ ਤੇ ਜਿਹੜੇ 2 ਵੀਰ ਸ਼ਹੀਦ ਹੋਏ ਸਾਡੇ, ਇਹ ਤੇ ਹੈ ਹੀ ਆ। ਉਹਦੇ ਨਾਲ ਇਹ ਜੋ ਮੱਲੀ ਆ, ਇਹਨੇ ਹੋਰ ਵੀ ਮੁੰਡੇ ਬਹੁਤ ਜ਼ਿਆਦੇ ਜਿਹੜੇ ਮਤਲਬ ਬਿਨਾਂ ਨਜਾਇਜ਼ ਸ਼ਹੀਦ ਕੀਤੇ ਆ। ਤੇ ਇਹਨੂੰ ਜੋ ਮੱਲੀ ਨੂੰ ਸਜ਼ਾ ਮਿਲੀ ਆ ਉਹ ਬਹੁਤ ਘੱਟ ਮਿਲੀ ਆ, ਬਹੁਤ ਹੀ ਜ਼ਿਆਦਾ ਘੱਟ। ਤੇ ਸਾਡੀ ਅਪੀਲ ਇਹ ਆ ਸਰਕਾਰ ਅੱਗੇ ਕਿ ਇਹਨਾਂ ਨੂੰ ਕੋਈ ਜ਼ਮਾਨਤ ਵੀ ਨਹੀਂ ਦੇਣੀ ਚਾਹੀਦੀ। ਜੇ ਮੰਨ ਲਓ ਇਹ ਅੱਗੇ ਜ਼ਮਾਨਤ ਲਈ ਕੋਈ ਅਪੀਲ ਕਰਦੇ ਆ ਤੇ ਉਹ ਨਹੀਂ ਦੇਣੀ ਚਾਹੀਦੀ, ਕਿਉਂਕਿ ਇਹਨੇ ਇੰਨਾ ਧੱਕਾ ਸਾਡੇ ਪਿੰਡ ਨਾਲ ਕੀਤਾ ਆ ਕਿ ਅਸੀਂ ਹੁਣ ਬਾਪੂ ਜੀ ਹੋਣਾ ਦੀਆਂ ਗੱਲਾਂ ਸੁਣੀਆਂ, ਸਾਡੀ ਰੂਹ ਕੰਬ ਗਈ ਹੈ ਇਹਨਾਂ ਗੱਲਾਂ ਸੁਣ ਕੇ। ਤੇ ਤੁਸੀਂ ਇਹ ਅਕਾਲ ਚੈਨਲ ਦਾ ਬੜਾ ਧੰਨਵਾਦ ਆ ਕਿ ਇਹ ਸਿੱਖ ਚੈਨਲ ਦਾ ਬੜਾ ਧੰਨਵਾਦ ਆ ਕਿ ਤੁਸੀਂ ਸਾਡੇ ਕੋਲ, ਸਾਡੇ ਪਿੰਡ ਆਏ ਜੇ, ਪਹੁੰਚੇ ਜੇ। ਅਸੀਂ ਬੜਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਤੇ ਜਿਹੜੇ ਸਾਡੀ ਅੱਗੇ ਤੁਹਾਡੇ ਅੱਗੇ ਇਹ ਰਿਕੁਐਸਟ ਆ ਕਿ ਤੁਸੀਂ ਜਿਹੜੇ ਅੱਗੇ ਹੋਰ ਵੀ ਸਾਡੇ ਪਿੰਡ ਦੇ ਮੁੰਡੇ ਨੌਜਵਾਨ ਮੱਲੀ ਨੇ ਜਾਂ ਹੋਰ ਵੀ ਉਦੋਂ ਦੇ ਜਿਹੜੇ ਕਰਪਟ ਅਫਸਰ ਸੀ ਉਹਨਾਂ ਨੇ ਸ਼ਹੀਦ ਕੀਤੇ ਆ, ਉਹਨਾਂ ਦੇ ਘਰਾਂ ਦੇ ਵਿੱਚ ਵੀ ਜਾ ਕੇ ਸਾਨੂੰ ਤੁਹਾਨੂੰ ਉਹਨਾਂ ਦਾ ਵੀ ਪੁੱਛਣਾ ਚਾਹੀਦਾ ਆ ਕਿ ਉਹਨਾਂ ਨਾਲ ਵੀ ਕੀ ਹੋਇਆ। ਕਿਉਂਕਿ ਤੁਸੀਂ ਇਸ ਤਰ੍ਹਾਂ ਹੀ ਆਓਗੇ ਪਿੰਡ ਦੇ ਵਿੱਚ ਤੇ ਸਾਰੀਆਂ ਗੱਲਾਂ ਖੁੱਲਣਗੀਆਂ ਵੀ ਕਿਹਨੇ ਕੀ ਕੀਤਾ ਤੇ ਕਿਹਨੇ ਕੀ ਨਹੀਂ ਕੀਤਾ। ਤੇ ਜਿਨ੍ਹਾਂ ਨੇ ਵੀ ਮਤਲਬ ਗਲਤੀਆਂ ਕੀਤੀਆਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ। ਸਾਡੀ ਤੁਹਾਡੇ ਆਪਣੇ ਸਰਕਾਰ ਅੱਗੇ ਇਹੀ ਅਪੀਲ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ। ਸਜ਼ਾ ਜਿਹੜੀ ਮਿਲੀ ਆ ਇਹ ਬਹੁਤ ਘੱਟ ਆ। ਸੋ ਬਿਲਕੁਲ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਪੰਜਾਬ ਦੇ ਵਿੱਚ ਸ਼ਹੀਦ ਹੋਏ ਨੌਜਵਾਨ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਲਵਾਰਸ ਕਹਿ ਕੇ ਪੁਲਿਸ ਨੇ ਉਦੋਂ ਉਹਨਾਂ ਦੇ ਅੰਤਿਮ ਸੰਸਕਾਰ ਕਰ ਦਿੱਤੇ। ਪਰਿਵਾਰਾਂ ਤੱਕ ਉਹਨਾਂ ਦੇ ਮ੍ਰਿਤਕ ਸਰੀਰ ਜਿਹੜੇ ਆ ਉਹ ਵੀ ਨਹੀਂ ਪਹੁੰਚ ਸਕੇ। ਉਹਨਾਂ ਪਰਿਵਾਰਾਂ ਦੇ ਵਿੱਚੋਂ ਇਹ ਵੀ ਪਰਿਵਾਰ ਇੱਕ ਆ ਕਿ ਇਹਨਾਂ ਨੂੰ ਵੀ ਆਪਣੇ ਬੇਟੇ ਨੂੰ ਬਾਅਦ ਦੇ ਵਿੱਚ ਵੇਖਣ ਦਾ ਮੌਕਾ ਜਿਹੜਾ ਉਹ ਨਹੀਂ ਮਿਲਿਆ। ਤੇ ਇੱਥੋਂ ਦੀ ਸਰਕਾਰ ਨੇ ਕੀ ਕੀਤਾ ਕਿ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਵੀ ਚੁੱਕ ਕੇ ਘਰ ਤੋਂ ਸ਼ਹੀਦ ਕਰ ਦਿੱਤਾ। ਸੋ ਇਸ ਤਰ੍ਹਾਂ ਦਾ ਦੌਰ ਜਿਹੜਾ ਆ ਪੰਜਾਬ ਦੇ ਵਿੱਚ ਲੰਮਾ ਸਮਾਂ ਚੱਲਿਆ ਤੇ ਜੋ ਕੁਝ ਹੋਇਆ ਅੱਜ ਵੀ ਇਹ ਪਰਿਵਾਰ ਜਿਹੜੇ ਆ ਉਸ ਸਮੇਂ ਦੇ ਵਿੱਚ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਹੀਦ ਕੀਤਾ ਗਿਆ। ਉਸੇ ਹੀ ਗਮ ਦੇ ਵਿੱਚ ਅੱਜ ਵੀ ਬੈਠੇ ਨੇ, ਆਪਣੀ ਸਾਰੀ ਪੂੰਜੀ ਜਿਹੜੀ ਆ ਲਗਾ ਕੇ। ਅੱਜ ਇੱਕ ਕੇਸ 27 ਸਾਲਾਂ ਦੇ ਬਾਅਦ ਇਹਨਾਂ ਦੇ ਜੇ ਹੱਕ ਦੇ ਵਿੱਚ ਹੋਇਆ ਆ ਤਾਂ ਸਾਨੂੰ ਵੀ ਚਾਹੀਦਾ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਚਾਹੀਦਾ ਆ ਕਿ ਇਹਨਾਂ ਦੇ ਹੱਕ ਦੇ ਵਿੱਚ ਨਿਤਰੀਏ ਤੇ ਪਰਿਵਾਰ ਦੀ ਅਸੀਂ ਥੋੜ੍ਹੀ ਬਹੁਤ ਮਦਦ ਵੀ ਜੇਕਰ ਕਰ ਸਕੀਏ ਤਾਂ ਦਸਵੰਧ ਦੇ ਰੂਪ ਦੇ ਵਿੱਚ ਤੁਸੀਂ ਸਿੱਖ ਚੈਨਲ ਦੇ ਰਾਹੀਂ ਇਹਨਾਂ ਦੀ ਮਦਦ ਵੀ ਮੈਂ ਚਾਹੂੰਗਾ ਜ਼ਰੂਰ ਕੀਤੀ ਜਾਵੇ, ਕਿਉਂਕਿ ਘਰ ਦੀ ਹਾਲਤ ਜਿਹੜੀ ਆ ਉਹ ਵੀ ਠੀਕ ਨਹੀਂ ਗੀ ਤੇ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਦੇ ਨਾਲ ਚੱਲ ਰਿਹਾ। ਸੋ ਸਿੱਖ ਚੈਨਲ ਦੇ ਰਾਹੀਂ ਅੱਜ ਦੀ ਸਮੁੱਚੀ ਗੱਲਬਾਤ ਜਿਹੜੀ ਆ ਇਸ ਪਰਿਵਾਰ ਦੇ ਨਾਲ ਸਰਦਾਰ ਹਰਜੀਤ ਸਿੰਘ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ, ਉਹਨਾਂ ਦੇ ਪਿਤਾ ਜੀ ਜਿਨ੍ਹਾਂ ਨੂੰ ਨਾਲ ਹੀ ਘਰ ਤੋਂ ਚੁੱਕਿਆ ਗਿਆ, ਪਰ ਇਹਨਾਂ ਨੂੰ ਤਾਂ ਪੁਲਿਸ ਨੇ ਛੱਡ ਦਿੱਤਾ, ਪਰ ਇਹਨਾਂ ਦੇ 2 ਪੁੱਤਰ ਜਿਹੜੇ ਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸਮੁੱਚੀ ਗੱਲਬਾਤ ਤੁਸੀਂ ਸੁਣੀ। ਸੋ ਅੱਜ ਦੀ ਇਸ ਰਿਪੋਰਟ ਨੂੰ ਅਸੀਂ ਇੱਥੇ ਹੀ ਸਮਾਪਤ ਕਰਕੇ ਇੱਥੇ ਹੀ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।